ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਅਜਨਾਲੇ ਤੋਂ ਦਿਸਦਾ ਪੰਜਾਬ, ਜਿਸ ਨੂੰ ਹੁਣ ਭੂਮਿਕਾ ਦੀ ਕੋਈ ਲੋੜ ਨਹੀਂ। ਜੋ ਹੋ ਰਿਹਾ ਹੈ ਸਭਨਾਂ ਨੂੰ ਦਿਸ ਰਿਹਾ ਹੈ। ਭਾਵੇਂ ਕਿ ਇਹ ਸਵਾਲ ਹਮੇਸ਼ਾ ਪੁੱਛਿਆ ਜਾ ਸਕਦਾ ਹੈ ਕਿ ਜੋ ਹੋ ਰਿਹਾ ਹੈ ਕੀ ਉਹ ਸਭਨਾਂ ਨੂੰ ਦਿਸ ਰਿਹਾ ਹੈ। ਇਸ ਸਵਾਲ ਨੂੰ ਪੁੱਛਣ ਦਾ ਕੋਈ ਸਾਰਥਕ ਮਤਲਬ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਇਸ ਗੁੰਜਾਇਸ਼ ਦੀ ਸੰਭਾਵਨਾ ਰੱਖੀਏ ਕਿ ਜੋ ਸਾਨੂੰ ਪਹਿਲੀ ਨਜ਼ਰੇ ਦਿਸ ਰਿਹਾ ਹੈ ਉਸ ਦੀਆਂ ਪਰਤਾਂ ਦਰਅਸਲ ਬੜੀਆਂ ਡੂੰਘੀਆਂ ਹੋ ਸਕਦੀਆਂ ਹਨ। ਅੱਜ ਐਤਵਾਰ ਦੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕੀ ਵਿੱਚ ਸਵਰਾਜਵੀਰ ਹੋਰੀ, ਸਾਡੇ ਸਮਿਆਂ ਦੇ ਰਿਮਾਰਕੇਬਲ ਪੋਇਟ ਤੇ ਸੰਪਾਦਕ, ਬਹੁਤ ਸਾਰੀਆਂ ਅਖਬਾਰਾਂ ਅਤੇ ਟੀਵੀ ਡਿਬੇਟਾਂ ਨੂੰ ਵੇਖਣ ਤੋਂ ਬਾਅਦ ਲਿਖਦੇ ਹਨ ਕਿ ਕੋਈ ਮਾਹਿਰ ਪੰਜਾਬ ਪੁਲਿਸ ਨੂੰ ਕਟਹਿਰੇ ਵਿੱਚ ਖੜਾ ਕਰ ਰਿਹਾ ਅਤੇ ਕੋਈ ਸੂਬਾ ਸਰਕਾਰ ਨੂੰ, ਕੋਈ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾ ਰਿਹਾ ਅਤੇ ਕੋਈ ਵਿਰੋਧੀ ਸਿਆਸੀ ਪਾਰਟੀ ਨੂੰ। ਕਈ ਮਾਹਿਰ ਸਾਰਾ ਦੋਸ਼ ਬੀਤੇ ਸਮੇਂ ਦੀਆਂ ਸਰਕਾਰਾਂ ਉੱਪਰ ਮੜ ਰਹੇ ਨੇ। ਫਿਰ ਉਹ ਇੱਕ ਗੱਲ ਯਾਦ ਕਰਵਾਉਂਦੇ ਨੇ, ਆਖਦੇ ਹਨ ਯਾਦ ਰੱਖੀਏ ਕਿ ਇਹ ਬਹਿਸ ਪੰਜਾਬ ਅਤੇ ਪੰਜਾਬੀਆਂ ਬਾਰੇ ਹੋ ਰਹੀ ਹੈ, ਪੰਜਾਬ ਤੇ ਪੰਜਾਬੀਆਂ ਦੇ ਭਵਿੱਖ ਬਾਰੇ ਹੋ ਰਹੀ ਹੈ। ਬਹਿਸ ਦੇ ਕੁਝ ਨੁਕਤੇ ਨੁਮਾਇਆਂ ਰੂਪ ਵਿੱਚ ਉਭਰੇ ਹਨ ਕਿ ਇਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੇ ਲਿਜਾਉਣਾ ਚਾਹੀਦਾ ਸੀ, ਕਿ ਰਾਜ ਸਰਕਾਰ ਕਮਜ਼ੋਰ ਸਾਬਤ ਹੋਈ ਹੈ, ਕਿ ਪੰਜਾਬ ਪੁਲਿਸ ਨੂੰ ਨਮੋਸ਼ੀ ਹੋਈ ਹੈ, ਕਿ ਉਹਦਾ ਮਨੋਬਲ ਟੁੱਟਿਆ ਹੈ, ਕਿ ਇਹਨਾਂ ਨੂੰ ਰਾਜ ਹੀ ਨਹੀਂ ਕਰਨਾ ਆਉਂਦਾ। ਕੁਝ ਸਵਾਲ ਪਿੱਛੇ ਪੈ ਗਏ ਹਨ। ਪੰਜਾਬ ਪੁਲਿਸ ਦਾ ਲੋਕਾਂ ਪ੍ਰਤੀ ਵਤੀਰਾ ਕਿਹੋ ਜਿਹਾ ਰਿਹਾ ਹੈ? ਪੰਜਾਬ ਦੇ ਕਾਲੇ ਦੌਰ ਤੋਂ ਲੈ ਕੇ ਅੱਜ ਵੱਖ-ਵੱਖ ਸੰਘਰਸ਼ ਕਰਦੀਆਂ ਧਿਰਾਂ ਨਾਲ ਪੁਲਸੀਆ ਵਰਤੀਰਾ ਕਿਹੋ ਜਿਹਾ ਰਿਹਾ ਹੈ? ਕਾਲੇ ਦੌਰ ਦੇ ਪੁਲਸੀਆ ਦਮਨ ਦਾ ਆਡਿਟ ਕਿਸ ਨੇ ਕੀਤਾ? ਆਖਰੀ ਵਾਰ ਤਾਂ ਅਸੀਂ ਜਸਵੰਤ ਸਿੰਘ ਖਾਲੜਾ ਰਾਣੀ ਆਡਿਟ ਕਰਦਿਆਂ ਦੇਖ ਰਹੇ ਸੀ। ਸਮਾਂ ਬੀਤਣ ਦਿਓ, ਇਹ ਸਵਾਲ ਵੀ ਉਭਰ ਆਉਣਗੇ, ਕਿਉਂ ਜੋ ਬਹੁਤ ਸਾਰੀ ਬਹਿਸ ਚੈਨਲਾਂ ਅਤੇ YouTube ਉੱਤੇ ਹੋ ਚੁੱਕੀ ਹੈ ਅਤੇ ਫੇਸਬੁੱਕ ਦੇ ਉਸ ਰਣ ਤੱਤੇ ਵਿੱਚ ਲਹੂ ਲੁਹਾਨ ਘੁਲਾਟੀਏ ਕੁੱਦ ਕੇ ਬਹਿਸ ਨੂੰ ਅੱਗੇ ਚਲਾ ਰਹੇ ਹਨ। ਮੈਂ ਆਪਣੇ ਸਵਾਲ ਆਪਣਾ ਤਰਜੀਹਾ ਘਰ ਹੀ ਛੱਡ ਆਇਆ ਹਾਂ। ਸਾਡੇ ਨੈਸ਼ਨਲ ਮੀਡੀਆ ਵਿੱਚ ਬੜੇ ਤਰਜੀਹੇ ਛਪ ਰਹੇ ਹਨ। ਬਾਕੀ ਦਾ ਦੇਸ਼ ਪੰਜਾਬ ਦੀ ਤਸਵੀਰ ਉਹਨਾਂ ਵਿੱਚੋਂ ਹੀ ਪੜ੍ਹਦਾ, ਸੋ ਉਹਨਾਂ ਉੱਤੇ ਇੱਕ ਝਾਤ ਮਾਰਨੀ ਜ਼ਰੂਰੀ ਹੈ। ਵੱਡੀਆਂ ਅਖਬਾਰਾਂ ਨੇ ਸੰਪਾਦਕੀ ਲਿਖੇ ਹਨ, ਲੇਖ ਛਾਪੇ ਹਨ। ਆਓ ਸਮਝ ਲਈਏ ਕਿ ਤੁਸੀਂ ਕੀ ਸਮਝਦੇ ਹੋ, ਪੰਜਾਬ ਆਪਣਾ ਅਕਸ ਕਿਵੇਂ ਦੇਖ ਰਿਹਾ ਹੈ ਅਤੇ ਦੇਸ਼ ਨੂੰ ਪੰਜਾਬ ਦੀ ਕੈਸੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ। ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਨੇ ਪ੍ਰੋਫੈਸਰ ਡਾਕਟਰ ਪਿਆਰੇ ਲਾਲ ਗਰਗ ਜੀ, ਸਮਾਜ ਦੇ ਵਿੱਚ ਤਮਾਮ ਤਰ੍ਹਾਂ ਦੇ ਵਰਤਾਰਿਆਂ ਦੇ ਵਿਸਮਾਦੀ ਗਵਾਹ ਨੇ, ਵਿਸ਼ਲੇਸ਼ਕ ਨੇ, ਸਿੱਖ ਕਮਿਊਨਿਟੀ ਦੇ ਅੰਦਰ ਦੀਆਂ ਜਿਹੜੀਆਂ ਫਾਲਟ ਲਾਈਨਸ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ। ਸਾਡੇ ਜਿਹੜੇ ਖੱਬੀ ਧਿਰ ਤੇ ਖਾਲਿਸਤਾਨੀ ਜਾਂ ਰੈਡੀਕਲਾਈਜ਼ਡ ਕਮਿਊਨਿਟੀ ਦੇ ਵਿਚਕਾਰ ਫਾਲਟ ਲਾਈਨਸ ਨੇ ਉਹਨਾਂ ਤੋਂ ਵੀ ਵਾਕਿਫ ਨੇ, ਤੇ ਫਿਰ ਦੇਸ਼ ਕਿਸ ਤਰੀਕੇ ਨਾਲ ਦੇਖਦਾ ਪੰਜਾਬ ਵੱਲ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਸਾਡੇ ਨਾਲ ਪ੍ਰੋਫੈਸਰ ਹਰਜੇਸ਼ਵਰ ਪਾਲ ਸਿੰਘ ਜੀ ਜੁੜ ਰਹੇ ਨੇ। ਪੋਲੀਟੀਕਲ ਸਾਇੰਸ ਨੂੰ ਬੜੀ ਨੇੜਿਓਂ ਸਮਝਦੇ ਨੇ, ਤਾਂ ਉਮਰ ਇਤਿਹਾਸ ਦੇ ਵਿਦਿਆਰਥੀ ਨੇ, ਪੰਜਾਬ ਨੂੰ ਬੜੀ ਨੇੜਿਓਂ ਦੇਖ ਰਹੇ ਨੇ, ਫ੍ਰੀਕੁਐਂਟ ਕਮੈਂਟੇਟਰ ਨੇ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਪੰਜਾਬ ਦੇ ਘਟਨਾਕ੍ਰਮਾਂ ਦੇ ਉੱਤੇ। ਬਹੁਤ ਸਾਰੇ ਸਵਾਲ ਹਰਜੇਸ਼ਵਰ ਜੀ ਨੇ ਇਸ ਪਿੜ ਦੇ ਵਿੱਚ ਚੁੱਕੇ ਨੇ ਅਜਨਾਲੇ ਦੀ ਘਟਨਾ ਤੋਂ ਬਾਅਦ, ਸਰਕਾਰ ਦੇ ਉੱਤੇ ਕਮੈਂਟ ਕਰਦਿਆਂ ਹੋਇਆਂ ਵੀ, ਵੱਖ-ਵੱਖ ਧਿਰਾਂ ਦੇ ਮੁਫਾਦਾਂ ਨੂੰ ਰੇਖਾਂਕਿਤ ਕਰਦਿਆਂ ਹੋਇਆ ਵੀ। ਸੋ ਗੱਲਬਾਤ ਦੇ ਵਿੱਚ ਉਸ ਜ਼ਾਵੀਏ ਤੋਂ ਸ਼ਿਰਕਤ ਕਰਨਗੇ। ਪਰ ਡਾਕਟਰ ਗਰਗ, ਕੁਝ ਫਾਲਟ ਲਾਈਨਸ ਜਿਹੜੀਆਂ ਉਭਰ ਕੇ ਆਈਆਂ ਨੇ, ਇੱਕ ਤਾਂ ਵਿਦਿਨ ਦਾ ਕਮਿਊਨਿਟੀ ਵੀ ਬੜੀ ਲਕੀਰ ਖਿੱਚ ਕੇ ਗੱਲ ਕੀਤੀ ਜਾ ਰਹੀ ਹੈ। ਉਹ ਆਲਮੋਸਟ ਤਲਵਾਰਬਾਜ਼ੀ ਹੋ ਰਹੀ ਹੈ। ਗੱਦਾਰੀ ਤੋਂ ਘੱਟ ਸਾਡੇ ਕੋਲ ਸ਼ਬਦ ਹੁੰਦੇ ਨਹੀਂ, ਤੇ ਜਿਸ ਤਰੀਕੇ ਨਾਲ ਦੇਸ਼ ਦੇਖ ਰਿਹਾ ਫਿਰ ਦੇਸ਼ ਕੋਲ ਆਤੰਕਵਾਦੀ ਤੋਂ ਘੱਟ ਕੋਈ ਸ਼ਬਦ ਨਹੀਂ ਹੁੰਦੇ। ਤੇ ਤਲਵਾਰਾਂ ਲਹਿਰਾਉਂਦੀਆਂ ਦੀਆਂ ਤਸਵੀਰਾਂ ਇੱਕ ਵਾਰੀ ਨੈਸ਼ਨਲ ਮੀਡੀਆ ਤੇ ਆ ਜਾਣ ਤੇ ਕੋਈ ਥਾਣੇ ਦੇ ਉੱਤੇ ਕਬਜ਼ਾ ਕਰ ਰਿਹਾ ਹੋਵੇ। ਹੁਣ ਸਟੇਟ ਤਾਂ ਲੋਕਾਂ ਲਈ ਕਿੱਥੇ ਐਗਜ਼ਿਸਟ ਕਰਦੀ ਹੈ? ਕੋਈ ਡੀਪ ਸਟੇਟ ਨੂੰ ਤਾਂ ਜਾਣਦਾ ਨਹੀਂ। ਥਾਣਾ ਸਟੇਟ ਹੁੰਦਾ ਤੇ ਸਟੇਟ ਦੇ ਉੱਤੇ ਜਦੋਂ ਕਬਜ਼ਾ ਹੁੰਦਾ ਤਾਂ ਉਹਦੇ ਇੱਕ ਡਿਫਰੈਂਟ ਮਾਇਨੇ ਕੱਢੇ ਜਾ ਸਕਦੇ ਨੇ, ਤੇ ਨੈਸ਼ਨਲ ਮੀਡੀਆ ਉਹਨਾਂ ਨੂੰ ਭਰਪੂਰ ਤਰੀਕੇ ਨਾਲ ਕੱਢ ਰਿਹਾ। ਅਜੇ ਵਿੱਚ ਪੰਜਾਬ ਆਪਣੇ ਨਾਲ ਕਿਸ ਕਿਸਮ ਦੀ ਵਾਰਤਾਲਾਪ ਕਰ ਰਿਹਾ? ਕੀ ਕਿਸੇ ਨੂੰ ਇਹ ਧਿਆਨ ਹੈ ਕਿ ਦਰਅਸਲ ਪੰਜਾਬ ਨੇ ਆਪਣੀ ਹੋਣੀ ਬਾਰੇ ਕੋਈ ਗੱਲ ਕਰਨੀ ਸੀ ਤੇ ਅਸੀਂ ਹੁਣ ਬੇਸਿਕਲੀ ਇਹ 'ਤੇ ਗੱਲ ਕਰ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉੱਥੇ ਲੈ ਕੇ ਜਾਣੀ ਠੀਕ ਸੀ, ਨਹੀਂ ਸੀ, ਗੱਦਾਰੀ ਹੋਈ ਹੈ, ਬੇਅਦਬੀ ਹੋਈ ਹੈ, ਨਹੀਂ ਹੋਈ ਹੈ, ਕਿਸੇ ਨੇ ਪੁਲਿਸ ਨੂੰ ਠੱਠਾ ਕਰ ਵਿਖਾਇਆ, ਜਾਂ ਪੁਲਿਸ ਨੂੰ ਕੀ ਗੋਲੀਆਂ ਚਲਾ ਦੇਣੀਆਂ ਚਾਹੀਦੀਆਂ ਸੀ, ਪਰਵਾਹ ਨਹੀਂ ਕਰਨੀ ਚਾਹੀਦੀ ਸੀ। ਡਿਬੇਟ ਇਜ਼ ਸਟਕ ਹੇਅਰ। ਵਾਈ ਹੈਵ ਵੀ ਕਮ ਬੈਕ? ਲੋਕ ਮੈਨੂੰ ਕਹਿ ਰਹੇ ਨੇ ਕਿ ਅਸੀਂ 1980 ਦੇ ਪੰਜਾਬ ਵਿੱਚ ਆ ਡਿੱਗੇ ਹਾਂ। ਕੀ ਇੰਨੇ ਨਾਲ ਆ ਡਿੱਗੇ ਹਾਂ?
देखो मैं ना SP जी ਤੁਹਾਡਾ ਸਵਾਲ ਬੜਾ ਵਾਜਬ ਹੈ ਹਰ ਇੱਕ ਦੇ ਮਨ 'ਚ ਹੈ ਇਹ। ਪਰ ਮੈਂ ਪਹਿਲਾਂ ਇੱਕ ਗੱਲ ਜਿਹੜੀ ਤੁਸੀਂ ਕਿਹਾ ਨਾ ਵੀ ਅਸੀਂ ਅਜਨਾਲੇ 'ਚੋਂ ਪੰਜਾਬ, ਅਸੀਂ ਨਹੀਂ ਦੇਖ ਰਹੇ ਅਜਨਾਲੇ 'ਚੋਂ ਪੰਜਾਬ, ਅਜਨਾਲੇ 'ਚੋਂ ਪੰਜਾਬ ਦੇਖ ਰਿਹਾ ਮਹਾਰਾਸ਼ਟਰ, ਦਿੱਲੀ, ਪੂਰਾ ਭਾਰਤ ਨੂੰ ਦਿਖਾਇਆ ਜਾ ਰਿਹਾ, ਬਲਕਿ ਦੇਖ ਨਹੀਂ ਰਿਹਾ ਦਿਖਾਇਆ ਜਾ ਰਿਹਾ ਹੈ ਅਜਨਾਲੇ 'ਚ। ਅਜਨਾਲਾ ਪੰਜਾਬ ਨਹੀਂ ਹੈ, ਅਜਨਾਲੇ ਦੀ ਘਟਨਾ ਪੰਜਾਬ ਨਹੀਂ ਹੈ। ਕਿਉਂ? ਇੱਕ ਅਜਨਾਲਾ ਵਾਪਰ ਰਿਹਾ, ਇੱਕ ਚੰਡੀਗੜ੍ਹ 'ਚ ਮੋਰਚਾ ਲੱਗਿਆ ਹੋਇਆ ਹੈ, ਇੱਕ ਜੀਰੇ 'ਚ ਮੋਰਚਾ ਜਿਹੜਾ ਉਹਦਾ ਇਕੱਠਾ ਇਕੱਠੀ ਨਹੀਂ ਹੋ ਰਿਹਾ, ਇੱਕ ਲਤੀਫਪੁਰੇ 'ਚ ਬੈਠੇ ਨੇ, ਬਹਿਬਲ ਕਲਾਂ ਵਿੱਚ ਬੈਠੇ ਨੇ, ਲਤੀਫਪੁਰੇ ਦੇ ਵਿੱਚ ਬੈਠੇ ਨੇ, ਬਿਲਕੁਲ ਉਦੋਂ ਅੱਗੇ ਕਿਸਾਨ ਬੈਠੇ ਨੇ ਥਾਂ ਥਾਂ ਤੇ ਜੀ। ਸੋ ਇਸ ਕਰਕੇ ਇਹ ਅਜਨਾਲੇ 'ਚੋਂ ਪੰਜਾਬ ਇਸ ਤਰ੍ਹਾਂ ਨਹੀਂ ਦੇਖਿਆ ਜਾ ਸਕਦਾ। ਸਰ ਲਹੂ ਲੁਹਾਨ ਸਾਰਾ ਸੋਸ਼ਲ ਮੀਡੀਆ ਅਜਨਾਲੇ ਤੋਂ ਹੋ ਰਿਹਾ। ਹਾਂ, ਉਹ ਹੁਣ ਗੱਲ ਕੀ ਹੈ? ਗੱਲ ਸਾਨੂੰ ਇਹ ਦੇਖਣ ਦੀ ਲੋੜ ਹੈ ਵੀ ਇੱਥੇ ਸਮੱਸਿਆ ਕਿਸ ਗੱਲ ਦੀ ਹੋ ਰਹੀ ਹੈ, ਜਿਹੜਾ ਅਜਨਾਲਾ ਦਿਖਾਇਆ ਜਾ ਰਿਹਾ ਹੈ। ਇਹਨੂੰ ਜੇ ਅਸੀਂ ਸਮਝ ਲਾਂਗੇ ਫਿਰ ਸਾਰੇ ਦਾ ਸਾਰਾ ਵਰਤਾਂਤ ਹੈ ਜਿਹੜਾ ਸਾਡੇ ਸਾਹਮਣੇ ਆ ਜਾਊ। ਭਾਰਤ ਦਾ ਜਿਹੜਾ ਸੰਵਿਧਾਨ ਹੈ, ਜੋ ਕੁਝ ਉਹ ਕਹਿੰਦਾ ਹੈ, ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜਿਹੜਾ ਅਜਨਾਲੇ ਦੇ ਵਿੱਚ ਅਸੀਂ ਫੋਕਸ ਕਰਕੇ ਲੈ ਕੇ ਗਏ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਉਦੋਂ ਕਿਤੇ ਉੱਚੇ ਗੱਲਾਂ ਕਰਦਾ, ਉਹ ਬ੍ਰਹਮੰਡੀ ਚਾਹੇ ਨਹੀਂ ਇਕੱਲਾ ਬ੍ਰਹਮੰਡੀ ਨਹੀਂ, ਉਹ ਚਾਹੇ ਔਰਤ ਦੀ ਬਰਾਬਰਤਾ ਦੀ ਗੱਲ ਕਰਦਾ, ਚਾਹੇ ਉਹ ਦਬੇ ਕੁਚਲਾਂ ਦੀ ਬਰਾਬਰ ਦੀ ਗੱਲ ਕਰਦਾ, ਚਾਹੇ ਉਹ ਜਾਤ ਪਾਤ ਦੇ ਉਲਟ ਦੀ ਗੱਲ ਕਰਦਾ, ਚਾਹੇ ਉਹ ਕਰਮ ਕਾਂਡ ਦੇ ਉਲਟ ਗੱਲ ਕਰਦਾ ਹੈ, ਚਾਹੇ ਉਹ ਕਿਰਤ ਦੀ ਗੱਲ ਕਰਦਾ ਹੈ, ਚਾਹੇ ਉਹ ਸਮਾਜ ਸੇਵਾ ਦੀ ਗੱਲ ਕਰਦਾ ਹੈ, ਚਾਹੇ ਉਹ ਗਿਆਨ ਪ੍ਰਾਪਤ ਕਰਨ ਦੀ ਗੱਲ ਕਰਦਾ ਹੈ, ਤੇ ਚਾਹੇ ਉਹ ਲਕੀਰ ਦੇ ਫਕੀਰ ਨਾ ਬਣਨ ਦੀ ਗੱਲ ਕਰਦਾ ਹੈ, ਚਾਹੇ ਉਹ ਰਾਜੇ ਨੂੰ ਚੁਣੌਤੀ ਦੇਣ ਦੀ ਗੱਲ ਕਰਦਾ ਹੈ। ਸਵਾਲ ਇਹ ਖੜਾ ਕਰ ਰਹੇ ਨੇ ਕਿ ਉਸ ਨੂੰ ਤੁਸੀਂ ਵਸਤੂ ਵਾਂਗ ਉੱਥੇ ਪ੍ਰਯੋਗ ਕਰ ਰਹੇ ਸੀ, ਢਾਲ ਵਾਂਗ ਪ੍ਰਯੋਗ ਕਰ ਰਹੇ ਸੀ। ਉਹ ਫਲਸਫੇ ਨੂੰ ਫਲਸਫਾ ਨਾ ਰਹਿਣ ਦੀ ਬਜਾਏ ਉਹ ਕਹਿੰਦੇ ਇੱਕ ਕਿਤਾਬ ਹੈ, ਜਿਵੇਂ ਕਿ ਬਾਕੀ ਫਲਸਫੇ ਨੇ। ਸੋ ਇਹ ਇੱਕ ਲੜਾਈ ਹੈ। ਇਹ ਲੜਾਈ ਸਿੱਖ ਧਰਮ ਦੇ ਵਿਦਿਨ, ਸਿੱਖਾਂ ਦੇ ਪੈਰੋਕਾਰਾਂ ਦੇ ਵਿਦਿਨ ਜ਼ਿਆਦਾ ਤੇਜ਼ ਹੋ ਗਈ ਹੁਣ। ਕਿਵੇਂ? ਜਿਹੜੀ 84 ਦਾ ਜਿਹੜਾ ਦੇਖਦੇ ਨੇ, 84 ਦੇ ਵਰਤਾਂਤ 'ਚ ਅੱਜ ਦੇ ਵਰਤਾਂਤ ਨਾਲ ਦੋ ਫਰਕ ਸੀਗੇ ਜੀ। ਇੱਕ ਫਰਕ ਇਹ ਸੀ ਵੀ ਉਦੋਂ ਅਕਾਲੀ ਦਲ ਬਤੌਰ ਪਾਰਟੀ ਬਹੁਤ ਤਕੜਾ ਸੀ, ਐਮਰਜੈਂਸੀ ਦੀ ਵਿਰੋਧਤਾ ਕਰਕੇ ਆਇਆ ਹੋਇਆ ਸੀ, ਆਨੰਦਪੁਰ ਸਾਹਿਬ ਦੇ ਮਤੇ ਦੇ ਉੱਤੇ ਲੜਾਈ ਚੱਲ ਰਹੀ ਸੀ ਜੀ। ਤੇ ਦੂਜੀ ਗੱਲ, ਆ ਨਹਿਰ ਰੋਕੂ ਮੋਰਚਾ ਅਕਾਲੀ ਦਲ ਨੇ ਲਾਇਆ ਸੀ, ਇਹ ਉਦੋਂ ਤਕੜਾ ਸੀ ਜੀ। ਪਰ ਉਦੋਂ ਬਾਕੀ ਜਿਹੜੇ ਸਿੱਖ ਸੰਗਤ ਸੀ ਉਸ ਤਰੀਕੇ ਨਾਲ ਸਾਹਮਣੇ ਨਹੀਂ ਆ ਰਹੀ ਸੀ। ਅੱਜ ਅਕਾਲੀ ਦਲ ਬਹੁਤ ਕਮਜ਼ੋਰ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ। ਤੇ ਦੂਜੀ ਗੱਲ, ਅਕਾਲੀ ਦਲ ਤੇ ਇਹ ਵੀ ਦੋਸ਼ ਲੱਗਦੇ ਵੀ ਖੁਦ ਹੀ ਉਸ ਦੇ ਹੈਗੇ ਨੇ ਕੁਝ ਜਵਾਬਦੇਹੀਆਂ ਅਕਾਲੀ ਦਲ ਦੀਆਂ ਬਣਦੀਆਂ ਜੀ। ਤੇ ਪਰ ਦੂਜੇ ਪਾਸੇ ਜੇ ਅਸੀਂ ਦੇਖੀਏ ਕਿ ਅੱਜ ਸਿੱਖਾਂ ਦੇ ਵਿੱਚ ਬਹੁਤ ਵੱਡਾ ਸੈਕਸ਼ਨ ਐਸਾ ਹੈ, ਇੰਟੈਲੈਕਚੁਅਲ 'ਚ ਖਾਸ ਕਰਕੇ, ਈਵਨ ਪੋਲੀਟੀਕਲ ਦੇ ਵਿੱਚ, ਉਹਨਾਂ ਨੇ ਵੀ ਜਿਨ੍ਹਾਂ ਨੇ 84 ਦਾ ਹੰਡਾਇਆ ਤੇ ਜਿਨ੍ਹਾਂ ਨੇ 84 'ਚ ਬੜੇ ਬਹਾਦਰੀ ਦੇ ਕਾਰਨਾਮੇ ਵੀ ਦਿਖਾਏ ਨੇ, ਜੋ ਸਿੱਖ ਸੰਗਤ ਕਹਿੰਦੀ ਹੈ ਵੀ ਇਹੋ ਜਿਹੇ ਕਾਰਨਾਮਿਆਂ ਨੂੰ ਬਹਾਦਰੀ ਮੰਨਦੀ ਹੈ ਜੀ, ਬਿਲਕੁਲ, ਉਹ ਵੀ ਅੱਜ ਖੁੱਲ੍ਹ ਕੇ ਇਸ ਗੱਲ ਦਾ ਜੋ ਕੁਝ ਅਜਨਾਲੇ 'ਚ ਹੋਇਆ ਉਹਨੂੰ ਠੀਕ ਨਹੀਂ ਕਹਿ ਰਹੇ। ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੈ ਕਿ ਨਹੀਂ ਅਸੀਂ ਇਸ ਗੱਲ ਨੂੰ ਰੋਕਾਂਗੇ। ਨਿੰਗ ਸਿੰਘਾਂ ਨੇ ਕਿਹਾ, ਨਿੰਗ ਸਿੰਘ ਤਾਂ ਕੋਈ ਇਸ ਤਰ੍ਹਾਂ ਨਹੀਂ ਨਾ, ਮੈਂ ਪੂਰੀ ਉਹਨਾਂ ਦੀ ਇੱਦਾਂ ਹੀ ਭਾਈ ਕੁਕੀਗਰ ਹੋ ਰਹੀ, ਇੱਦਾਂ ਹੀ ਜਿਹੜੇ ਹੋਰ ਨੇ ਸਾਰੇ। ਸੋ ਇਹ ਵਰਤਾਂਤ ਨੂੰ ਜਦ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਸਿੱਖ ਖੁਦ ਹੀ ਇੱਕ ਤਾਂ ਜਿਹੜਾ ਧਰਮ ਦੇ ਜਿਹੜੇ ਉਹਨਾਂ ਦੇ ਫਲਸਫੇ ਨੂੰ ਸੰਕਟ ਪੈਦਾ ਕਰਿਆ ਜਾ ਰਿਹਾ, ਉਸ ਚੁਣੌਤੀ ਨੂੰ ਖੁਦ ਸਵੀਕਾਰ ਕਰ ਰਹੇ ਨੇ, ਅੱਜ ਉਹਦੇ ਵਿੱਚੋਂ ਨਿਕਲਣ ਦਾ ਰਸਤਾ ਲੱਭ ਰਹੇ। ਕੁਝ ਬਹਿਸ ਜਿਹੜੀ ਹੋ ਚੁੱਕੀ ਹੈ, ਮੈਂ ਉਸ ਤੋਂ ਥੋੜਾ ਜਿਹਾ ਅੱਗਾ ਜਾਣਾ ਚਾਹ ਰਿਹਾ। ਮੈਂ ਹਰਜੇਸ਼ਵਰ ਜੀ, ਤੁਸੀਂ ਜਿਸ ਕਿਸਮ ਦੇ ਸਵਾਲ ਪੇੜ ਦੇ ਵਿੱਚ ਚੁੱਕੇ ਨੇ, ਮੈਂ ਉਹਨਾਂ ਸਵਾਲਾਂ ਤੋਂ ਵਾਕਿਫ ਹਾਂ। ਮੈਂ ਇੱਥੇ ਅਸੀਂ ਉਹਨਾਂ ਦੀ ਵੀ ਗੱਲ ਕਰਾਂਗੇ। ਤੁਸੀਂ ਕਿਹਾ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਕੋਈ ਕਲੂ ਨਹੀਂ ਹੈ ਕਿ ਸਰਕਾਰ ਕਿੱਦਾਂ ਚਲਾਈ ਦੀ ਹੈ, ਕੋਈ ਰੂਲ ਆਫ ਲਾ ਪੰਜਾਬ ਵਿੱਚ ਬਚਿਆ ਨਹੀਂ ਹੈ, ਡਾਢੇ ਦਾ 37-20 ਚੱਲ ਰਿਹਾ ਹੈ। ਤੇ ਦਿਸ ਅ ਵੈਰੀ ਇੰਪੋਰਟੈਂਟ ਥਿੰਗ ਦੈਟ ਯੂ ਹੈਵ ਸੈਡ, ਤੁਸੀਂ ਕਿਹਾ ਸਟਰੀਟ ਇਜ਼ ਮੋਰ ਪਾਵਰਫੁਲ ਦੈਨ ਦਾ ਸਟੇਟ। ਗਲੀ ਦੀ ਜਿਹੜੀ ਭੀੜ ਹੈ, ਭੀੜ ਤੰਤਰ, ਉਹ ਰਿਆਸਤ ਦੇ ਉੱਤੇ ਹਾਵੀ ਹੋ ਚੁੱਕਾ ਹੋਇਆ ਹੈ। ਅਜੇ ਵਿੱਚ ਜਿਹੜੇ ਦੂਸਰੇ ਪਾਸੇ ਦੇ ਸਵਾਲ ਨੇ, ਕਦੀ ਅਸੀਂ ਦੇਖਦੇ ਸੀ ਕਿ ਪੂਰੇ ਦੇਸ਼ ਦੇ ਵਿੱਚ ਜਿਹੜਾ ਮਾਹੌਲ ਇੱਕ ਪੋਲਰਾਈਜੇਸ਼ਨ ਦਾ ਬਣ ਰਿਹਾ, ਇੱਕ ਨਫ਼ਰਤ ਦੀ ਪੋਲਿਟਿਕਸ ਹੈ। ਪੰਜਾਬ ਦੇ ਵਿੱਚ ਡੈਮੋਗ੍ਰਾਫਿਕ ਅੰਕੜਿਆਂ ਨੂੰ ਲੈ ਕੇ ਇੰਝ ਲੱਗਦਾ ਸੀ ਕਿ ਇਹ ਪੋਲਿਟਿਕਸ ਨਹੀਂ ਕੀਤੀ ਜਾ ਸਕਦੀ। ਅਸੀਂ ਕਿਸਾਨ ਅੰਦੋਲਨ ਦੇ ਵਿੱਚ ਉਹ ਕੋਸ਼ਿਸ਼ ਹੁੰਦੀ ਦੇਖ ਲਈ, ਪੂਰੇ ਦੇਸ਼ ਦਾ ਮੀਡੀਆ ਵਰਤ ਕੇ ਇਹ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਖਾਲਿਸਤਾਨੀ ਐਲੀਮੈਂਟ ਨੇ ਜਿਹੜੇ ਹਿੰਦੁਸਤਾਨ ਨੂੰ ਕਮਜ਼ੋਰ ਕਰਨ ਲਈ ਆ ਕੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਉਹ ਫੇਲ ਹੋ ਗਿਆ ਨੈਰੇਟਿਵ। ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਫੋਰਸਿਸ ਨੇ ਹੁਣ ਫਾਈਨਲੀ ਪੰਜਾਬ ਕਰੈਕ ਕਰ ਲਿਆ? ਅਸੀਂ ਉਸ ਕਿਸਮ ਦੀ ਪੋਲਰਾਈਜੇਸ਼ਨ ਦੇ ਮੁਹਾਨੇ ਤੇ ਪਹੁੰਚ ਗਏ ਹਾਂ ਜਿੱਥੇ ਭਰਾ ਮਾਰੂ ਗੱਲਾਂ ਹੁੰਦੀਆਂ ਨੇ, ਜਿੱਥੇ ਇੱਕ ਕਮਿਊਨਿਟੀ ਨੂੰ ਡਰ ਦੀ ਭਾਵਨਾ ਦੇ ਵਿੱਚ ਜੀਣ ਲਈ ਕਿਹਾ ਜਾ ਰਿਹਾ, ਉਹ ਡਰ ਫੈਲਾਇਆ ਜਾ ਰਿਹਾ ਤੇ ਪੂਰੇ ਦੇਸ਼ ਨੂੰ ਦੱਸਿਆ ਜਾ ਰਿਹਾ ਹੈ ਕਿ ਕੁਝ ਇਹੋ ਜਿਹਾ ਇੱਥੇ ਵਾਪਰ ਗਿਆ ਹੈ ਜਿਹੜਾ ਤੁਹਾਨੂੰ ਬਿਲਕੁਲ ਕਾਲੇ ਦਿਨਾਂ ਵਰਗਾ ਜਾਪੇਗਾ, ਜਾਂ ਉਹ ਕਾਲੇ ਦਿਨ ਆ ਗਏ ਨੇ। ਹਾਊ ਡੂ ਯੂ ਸੀ ਦਿਸ?
ਐਸਪੀ ਜੀ ਜਿੱਥੋਂ ਤੱਕ ਆਪਾਂ ਥੋੜਾ ਜਿਹਾ ਪਿੱਛੇ ਚੱਲੀਏ ਜੇ ਤਾਂ ਦੇਖੀ ਜਦੋਂ ਕਿਸਾਨ ਮੂਵਮੈਂਟ ਹੋਈ ਸੀਗੀ ਤੇ ਉਸ ਟਾਈਮ ਤੇ ਜਿਵੇਂ ਤੁਸੀਂ ਕਿਹਾ ਕਿ ਉਸ ਟਾਈਮ ਇੱਕ ਨੈਰੇਟਿਵ ਸਿਰਜਿਆ ਗਿਆ ਜਿਹਦੇ ਵਿੱਚ ਉਹਨੂੰ ਫੇਲ ਕਰਨ ਵਾਸਤੇ ਇੱਕ ਕਿਸਾਨ ਮੂਵਮੈਂਟ ਨੂੰ ਉਹਦੇ ਵਿੱਚ ਇਹ ਕਿਹਾ ਗਿਆ ਕਿ ਇਹ ਖਾਲਿਸਤਾਨੀ ਐਲੀਮੈਂਟਸ ਹੈਗੇ ਆ, ਇਹਦੇ ਵਿੱਚ ਬੜੇ ਅਰਾਜਕ ਐਕਟਿਵ ਹੈਗੇ ਆ, ਬਟ ਉਹ ਜਿਹੜਾ ਹੈਗਾ ਟੋਟਲ ਫੇਲ ਹੋ ਚੁੱਕਿਆ। ਉਹ ਫੇਲ ਹੋਇਆ, ਉਹ ਕਿਸਾਨ ਮੂਵਮੈਂਟ ਦੀ ਜਿੱਤ ਹੋਈ। ਉਹ ਪੰਜਾਬ ਦੇ ਲੋਕਾਂ ਨੇ ਤਕਰੀਬਨ ਸਾਰੇ ਪੰਜਾਬ ਦੀ ਇੱਕ ਜਿਹੜੀ ਹੈਗੀ ਇਮੋਸ਼ਨਲ ਫਾਈਨੈਂਸ਼ੀਅਲ ਮੋਬਿਲਾਈਜੇਸ਼ਨ ਜਿਹੜੀ ਆ ਉਸ ਮੂਵਮੈਂਟ ਦੇ ਵਿੱਚ ਸੀਗੀ, ਉਹਦੇ ਨਾਲ ਕੋਈ ਜਿੱਤ ਹਾਸਲ ਹੋਈ। ਤੇ ਪੰਜਾਬ ਦੇ ਲੋਕਾਂ ਦਾ ਖਾਸ ਕਰਕੇ ਸਿੱਖਾਂ ਦਾ ਜਿਹੜਾ ਹੈਗਾ ਉਹਨਾਂ ਦਾ ਪੰਜਾਬ ਦਾ ਵੀ ਰੁਤਬਾ ਵੀ ਤੇ ਸਿੱਖਾਂ ਦਾ ਰੁਤਬਾ ਵੀ ਬਹੁਤ ਉੱਪਰ ਚਲਾ ਗਿਆ। ਉਹਦੀ ਕਰੋਲਰੀ ਵੀ ਤਾਂ ਹੈ ਨਾ, ਉਹਦੀ ਇੱਕ ਡੀਪ ਡੈਮੇਜ ਵੀ ਬੀਜੇਪੀ ਨੂੰ ਹੋਇਆ, ਉਹਨਾਂ ਨੂੰ ਇੱਕ ਹਰਟ ਵੀ ਹੋਇਆ, ਇੱਕ ਗਹਿਰਾ ਜ਼ਖਮ ਦਿੱਤਾ ਗਿਆ। ਡੈਫੀਨਿਟਲੀ ਨਾਲ ਦੀ ਨਾਲ ਉਹ ਜਿਹੜਾ ਹੋਇਆ ਉਸ ਦੇ ਨਾਲ ਜਿਹੜਾ ਬੀਜੇਪੀ ਨੂੰ ਨੁਕਸਾਨ ਹੋਇਆ ਤੇ ਉਸ ਦਾ ਭਰਪਾਈ ਕਰਨ ਵਾਸਤੇ ਕਿ ਦੁਬਾਰਾ ਉਸ ਤਰ੍ਹਾਂ ਦੀ ਮੂਵਮੈਂਟ ਦੁਬਾਰਾ ਪੰਜਾਬ ਤੋਂ ਨਾ ਹੋਵੇ, ਜਿਹੜੀ ਸਾਂਝੀਵਾਲਤਾ ਦੀ ਮੂਵਮੈਂਟ ਹੋਵੇ, ਜਿਹੜੀ ਲੋਕਾਂ ਦੇ ਇਕੱਠ ਦੇ ਨਾਲ ਚੱਲਦੀ ਹੋਵੇ, ਉਸ ਨੂੰ ਰੋਕਣ ਵਾਸਤੇ ਜਿਹੜਾ ਇਹ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈਗਾ ਉਹਦਾ ਬਹੁਤ ਵੱਡਾ ਇੱਕ ਰੋਲ ਹੈ। ਉਸ ਨੂੰ ਰੋਕਣ ਲਈ ਤਾਂ ਉਹਨਾਂ ਨੇ ਕੋਈ ਦੁਬਈ ਤੋਂ ਮਾਲ ਨਹੀਂ ਮੰਗਵਾਇਆ ਨਾ। ਦੇਖੋ ਇਹਦੇ ਵਾਸਤੇ ਕੁਝ ਆਪਾਂ ਕਹਿ ਨਹੀਂ ਸਕਦੇ ਕਿ ਉਹਨਾਂ ਨੇ ਮੰਗਾਇਆ ਜਾਂ ਨਹੀਂ ਮੰਗਾਇਆ, ਇਹ ਅਲੱਗ-ਅਲੱਗ ਤਰ੍ਹਾਂ ਦੀ ਇੱਕ ਥਿਊਰੀਜ਼ ਹੈਗੀਆਂ। ਬਟ ਉਹ ਜਿਹੜੇ ਦੁਬਈ ਵਾਲੇ ਜਿਸ ਤਰ੍ਹਾਂ ਦੀ ਪੋਲਿਟਿਕਸ ਕਰ ਰਹੇ ਆ ਉਹਦਾ ਸਿੱਧਾ ਜੇ ਫਾਇਦਾ ਕਿਸੇ ਨੂੰ ਹੋ ਰਿਹਾ ਪੰਜਾਬ ਦੇ ਵਿੱਚ, ਜੋ ਬੀਜੇਪੀ ਜਾਂ ਆਰਐਸਐਸ ਨੂੰ ਹੋ ਰਿਹਾ ਹੈਗਾ। ਤੇ ਉਹ ਜਿਹੜੀ ਗੱਲ ਹੈ ਕਿ ਪਹਿਲਾਂ ਇਹ ਜ਼ਿਆਦਾਤਰ ਜੀ ਪੰਜਾਬ ਦੇ ਵਿੱਚ ਸਾਰੇ ਲੋਕ ਇਹ ਮੰਨਦੇ ਸੀਗੇ, ਜ਼ਿਆਦਾਤਰ ਲੋਕ ਇਹ ਮੰਨਦੇ ਸੀਗੇ ਕਿ ਬੀਜੇਪੀ ਵਾਸਤੇ ਪੰਜਾਬ ਨੂੰ ਕਰੈਕ ਕਰਨਾ ਬਹੁਤ ਔਖਾ ਹੈਗਾ। ਇਨਫੈਕਟ ਪੰਜਾਬ ਨੂੰ ਕਰੈਕ ਕਰਨਾ ਫਾਰ ਰਾਈਟ ਦੀ ਕੋਈ ਵੀ ਫੋਰਸ ਹੈਗੀ ਆ, ਜਿਹੜੀ ਕੋਈ ਵੀ ਐਕਸਟ੍ਰੀਮ ਫੋਰਸ ਹੈਗੀ ਆ, ਚਾਹੇ ਐਕਸਟ੍ਰੀਮ ਲੈਫਟ ਆ, ਚਾਹੇ ਉਹ ਐਕਸਟ੍ਰੀਮ ਰਾਈਟ ਆ, ਚਾਹੇ ਸਿੱਖ ਰਾਈਟ ਆ, ਚਾਹੇ ਹਿੰਦੂ ਰਾਈਟ ਆ, ਉਹਦੇ ਵਾਸਤੇ ਨਹੀਂ। ਕਿਉਂਕਿ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਉਸ ਤਰੀਕੇ ਦੀ ਆ, ਪੰਜਾਬ ਦਾ ਸੱਭਿਆਚਾਰ ਉਸ ਤਰੀਕੇ ਦਾ, ਇੱਥੇ ਇੱਕ ਸਾਂਝੀਵਾਲਤਾ ਦੀ ਜਿਹੜੀ ਭਾਵਨਾ ਹੈ ਕਿ ਕਮਿਊਨਿਟੀ ਸਪਿਰਿਟ ਹੈਗੀ ਆ, ਉਹਨੂੰ ਕਰੈਕ ਕਰਨਾ ਬਹੁਤ ਮੁਸ਼ਕਿਲ ਆ। ਬਟ ਜੋ ਕੁਝ ਹੋ ਰਿਹਾ ਹੈ ਐਂਡ ਆਪਾਂ ਦੇਖਦੇ ਹਾਂ ਕਿ ਜਿਹੜੀ ਬੀਜੇਪੀ ਦੀ ਖਾਸ ਕਰਕੇ ਪੋਲਿਟਿਕਸ ਹੈਗੀ ਆ ਜਿਹਦੇ ਵਿੱਚ ਪੋਲਰਾਈਜੇਸ਼ਨ ਬੜੀ ਕਲੀਅਰ ਆ, ਤੇ ਬੀਜੇਪੀ ਦੇ ਕੋਲੇ ਕੋਈ ਇੱਕ ਤਰ੍ਹਾਂ ਦਾ ਪੋਜ਼ਿਟਿਵਿਟੀ ਦਿਖਾਉਣ ਦੀ ਲੋੜ ਹੈ ਨਹੀਂ ਗੀ। ਪੰਜਾਬ 'ਚ ਬੀਜੇਪੀ ਬਾਰੇ ਬਹੁਤ ਇੱਕ ਉਲਟ ਜਿਹੜਾ ਹੈਗਾ ਇੱਕ ਨੈਰੇਟਿਵ ਹੈਗਾ, ਉਸ ਨੂੰ ਕਰੈਕ ਕਰਨ ਵਾਸਤੇ ਇੱਕ ਤਰਫ ਤਾਂ ਉਹ ਜਿਹੜੀ ਇਸ ਤਰ੍ਹਾਂ ਦੀਆਂ ਜਿਹੜੀਆਂ ਨੈਸ਼ਨਲ ਮੀਡੀਆ ਐਕਸਪੈਂਡ ਕਰ ਰਹੇ ਨੇ, ਬੀਜੇਪੀ ਐਕਸਪੈਂਡ ਕਰ ਰਹੀ ਹੈ, ਲੋਕ ਲਗਾਤਾਰ ਬੀਜੇਪੀ ਨੂੰ ਜੁਆਇਨ ਕਰ ਰਹੇ ਨੇ। ਤੇ ਜਿਹੜੀ ਇਹ ਅਜਨਾਵੇ ਵਾਲੀ ਘਟਨਾ ਹੈਗੀ ਆ ਉਸ ਤੋਂ ਬਾਅਦ ਇੱਕ ਤਰੀਕੇ ਨਾਲ ਪੰਜਾਬ ਦੇ ਖਾਸ ਜਿਹੜਾ ਭਾਈਚਾਰਾ ਹੈਗਾ ਉਹਦੇ ਵਿੱਚ ਇੱਕ ਡਰ ਦੀ ਭਾਵਨਾ ਉਹ ਡੈਫੀਨਿਟਲੀ ਜਾਵੇਗੀ। ਉਹਦੇ ਨਾਲ ਪੋਲਰਾਈਜੇਸ਼ਨ ਦੇ ਚਾਂਸ ਵੱਧ, ਤੇ ਨਾਲ ਦੀ ਨਾਲ ਹੀ ਪਿੰਡਾਂ ਦੇ ਵਿੱਚ ਪੁਰਾਣੇ ਲੀਡਰ ਜਿਵੇਂ ਕੈਪਟਨ ਅਮਰਿੰਦਰ ਸਿੰਘ ਜਾਂ ਮਤਲਬ ਹੋਰ ਕਾਫੀ ਤਰ੍ਹਾਂ ਦੇ ਕਾਂਗਰਸ ਦੇ ਵਿੱਚੋਂ ਰਾਣਾ ਸੋਢੀ ਵਗੈਰਾ ਲੈ ਕੇ ਉਹਨਾਂ ਨੇ ਪਿੰਡਾਂ ਦੇ ਵਿੱਚ ਵੀ ਜਿਹੜਾ ਹੈਗਾ ਆਪਣੇ ਲਗਾਤਾਰ ਹੈਗੇ ਆਪਣੀ ਪੈਂਠ ਵਧਾ ਰਹੇ ਹੈਗੇ। ਇੱਕ ਤਰੀਕੇ ਦੇ ਨਾਲ ਬੀਜੇਪੀ 2024 ਦੀ ਇੱਕ ਸਪੇਸ ਆਪਣੇ ਨਾਲ ਬਣਾ ਰਹੀ ਹੈ, ਤੇ ਨਾਲ ਦੀ ਨਾਲ ਇੱਕ ਇਹ ਵੀ ਸ਼ੋਅ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਜਿਹੜੀ ਹੈਗੀ ਆ ਇਹ ਬਿਲਕੁਲ ਵੀ ਲਾਅ ਐਂਡ ਆਰਡਰ ਰੱਖਣ ਦੇ ਵਿੱਚ। ਥੋੜਾ ਜਿਹਾ ਸਮੇਂ ਸੈਗਮੈਂਟ ਦੇ ਵਿੱਚ ਸਟਿਲ ਬਚਿਆ, ਮੈਂ ਇਹ ਦੇਖ ਰਿਹਾ ਸੀ ਨੀਰਜਾ ਚੌਧਰੀ ਹਰਾਂ ਦਾ ਕਾਲਮ ਹੈ, ਸੀਨੀਅਰ ਪੱਤਰਕਾਰ ਨੇ, ਕ੍ਰੈਡੈਂਸ਼ੀਅਲ ਇਹਨਾਂ ਦੇ ਨਾਲ ਛਾਪਦੀ ਹੈ ਅਖਬਾਰ, ਕੰਟਰੀਬਿਊਟਿੰਗ ਐਡੀਟਰ ਨੇ ਇੰਡੀਅਨ ਐਕਸਪ੍ਰੈਸ ਤੇ ਅਖਬਾਰ ਲਿਖਦੀ ਹੈ ਕਿ ਪਿਛਲੇ 10 ਲੋਕ ਸਭਾ ਇਲੈਕਸ਼ਨਾਂ ਕਵਰ ਕਰ ਚੁੱਕਾ ਹੋਵੇ। ਜਿਹੜਾ ਪੱਤਰਕਾਰ 10 ਲੋਕ ਸਭਾ ਦੀਆਂ ਇਲੈਕਸ਼ਨਸ ਕਵਰ ਕਰ ਚੁੱਕਾ ਹੋਵੇ, ਮਤਲਬ 3 ਦਹਾਕਿਆਂ ਤੋਂ ਮੁਹਰਰਿਕ ਹੋਵੇ ਪੂਰਾ ਇਹਦੇ 'ਚ ਪੋਲਿਟਿਕਸ ਦੇ ਵਿੱਚ ਕਵਰ ਕਰਨ ਦੇ ਵਿੱਚ, ਜਦੋਂ ਉਹ ਇਹ ਲਿਖ ਰਹੇ ਨੇ ਕਿ ਜੇ ਸੈਕਟੇਰੀਅਨ ਪੋਲਿਟਿਕਸ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਚੱਲਦੀ ਹੈ ਤੇ ਸਿੱਖ ਜਿਹੜੇ ਆਪਸ ਵਿੱਚ ਵੰਡੇ ਜਾਣਗੇ, ਸਿੱਖ ਤੇ ਹਿੰਦੂ ਵੰਡੇ ਜਾਣਗੇ, ਹਿੰਦੂ ਇਨਸਿਕਿਉਰ ਹੋ ਜਾਣਗੇ, ਤੇ ਬੀਜੇਪੀ ਹੈਜ਼ ਐਵਰੀਥਿੰਗ ਟੂ ਗੇਨ। ਜੇ ਇਹ ਨੈਰੇਟਿਵ ਆ ਰਿਹਾ ਹੈ, ਮੈਂ ਵਿਨੋਦ ਸ਼ਰਮਾ ਹੋਰਾਂ ਦਾ ਨੈਰੇਟਿਵ ਦੇਖ ਰਿਹਾ ਸੀ, ਪੋਲੀਟੀਕਲ ਐਡੀਟਰ ਰਹੇ ਨੇ ਇੱਕ ਲੰਬੇ ਸਾਲਾਂ ਤੋਂ ਹਿੰਦੁਸਤਾਨ ਟਾਈਮਸ ਦੇ ਵਿੱਚ ਇਹਨਾਂ ਨੇ ਜਿਹੜਾ ਆਰਟੀਕਲ ਲਿਖਿਆ ਲਾਜਨੀ ਇਹਨਾਂ ਲਾਈਨਸ ਤੇ ਅਜੇ ਕਿ ਥੋੜਾ ਇਸ ਤੋਂ ਜ਼ਿਆਦਾ ਨੁਐਂਸਡ ਹੈ, ਜ਼ਿਆਦਾ ਬਿਹਤਰ ਤਰੀਕੇ ਨਾਲ ਪੰਜਾਬ ਨੂੰ ਸਮਝਦੇ ਨੇ, ਲੰਬੇ ਸਮੇਂ ਤੋਂ ਪੰਜਾਬ ਨੂੰ ਕਵਰ ਕਰ ਰਹੇ ਨੇ। ਬਹੁਤ ਸਾਰੇ ਆਰਟੀਕਲ ਨੈਸ਼ਨਲ ਮੀਡੀਆ ਦੇ ਵਿੱਚ ਮੈਂ ਇਹ ਦੇਖ ਰਿਹਾ। ਤੁਸੀਂ ਇਹ ਦੱਸੋ ਕਿ ਪੰਜਾਬ ਦੇ ਵਿੱਚ ਤੁਹਾਨੂੰ ਉਹ ਫਿਕਰ ਸਾਜ਼ੀ ਕਿੱਥੇ ਦਿਖਾਈ ਦੇ ਰਹੀ ਹੈ, ਉਹ ਫਿਕਰਮੰਦੀ ਕਿੱਥੇ ਦਿਖਾਈ ਦੇ ਰਹੀ ਹੈ ਕਿ ਜੋ ਅਜਨਾਲੇ ਦੇ ਵਿੱਚ ਹੋਇਆ ਹੈ ਉਸ ਨੇ ਡੋਮੀਨੇਟ ਕਰ ਲਿਆ? ਤੁਸੀਂ ਕਿਹਾ ਹੋਰ ਬੜੇ ਪੰਜਾਬ ਨੇ, ਤੁਸੀਂ ਅਜਨਾਲੇ ਤੋਂ ਪੰਜਾਬ ਨੂੰ ਦੇਖਦੇ ਹੋ, ਅਜਨਾਲੇ ਵਾਲੇ ਪੰਜਾਬ ਨੇ ਬਹੁਤ ਸਾਰੇ ਪੰਜਾਬਾਂ ਨੂੰ ਦਬਾ ਦਿੱਤਾ, ਦਫਨ ਕਰ ਦਿੱਤਾ। ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਨਹੀਂ, ਸੱਚੀ ਗੱਲ ਹੈ ਜੀ। ਅਜਨਾਲੇ ਵਾਲੇ ਪੰਜਾਬ ਨੇ ਬਾਕੀ ਭਾਰਤ ਦੇ ਵਿੱਚ, ਕਿਉਂਕਿ ਇੱਕ ਡਿਜ਼ਾਈਨ ਆ, ਮੈਂ ਇਹਨੂੰ ਡਿਜ਼ਾਈਨ ਹੀ ਸਮਝਦਾ ਵੀ ਬਾਕੀ ਭਾਰਤ ਨੂੰ ਦਿਖਾਉਣਾ ਕਿ ਇੱਥੇ ਕੀ ਹੋ ਰਿਹਾ। ਇਹ ਮੈਂ 84 ਚ ਆਪ ਭੁਗਤਿਆ ਹੋਇਆ ਦਿੱਲੀ ਦੇ ਵਿੱਚ। ਮੈਂ ਕਹਿੰਦਾ ਉੱਥੇ ਤਾਂ ਜੀ ਕਹਿੰਦੇ ਅੱਗ ਲੱਗੀ, ਉਦੋਂ ਮੈਂ ਗੁਰਦਾਸਪੁਰ ਸੀਗਾ, ਇੱਥੇ ਤਾਂ ਕੋਈ ਅੱਗ ਨਹੀਂ ਲੱਗੀ ਹੋਈ ਸੀ। ਅੱਜ ਇੱਕ ਪੋਜ਼ਿਟਿਵ ਗੱਲ ਜਿਹੜੀ ਹੈ, ਅਕਾਲੀ ਦਲ ਨੇ ਵੀ ਜੋ ਅਜਨਾਲੇ ਚ ਹੋਇਆ ਉਹਨੂੰ ਡਟ ਕੇ ਕ੍ਰਿਟੀਸਾਈਜ਼ ਕਰਿਆ। ਜੇ ਕਿਤੇ ਅਕਾਲੀ ਦਲ ਇਸ ਤੋਂ ਅਗਲੀ ਗੱਲ ਸਟੈਪ ਲਵੇ ਕਿ ਪੰਜਾਬ ਦੀਆਂ ਮੰਗਾਂ ਦੇ ਉੱਤੇ ਉੱਠ ਕੇ ਖੜ ਕੇ ਤੁਰ ਪਏ, ਤਾਂ ਜਿਹੜਾ ਕਮਿਊਨਲ ਪੋਲਰਾਈਜੇਸ਼ਨ ਹੈ ਇਹ ਇੰਨੀ ਨਹੀਂ ਹੋ ਸਕਦੀ। ਤੁਸੀਂ ਥੋੜਾ ਸਰਪ੍ਰਾਈਜ਼ ਸੀਗੇ ਬਿਕਰਮਜੀਤ ਮਜੀਠੀਆ ਹੋਰਾਂ ਦੀ ਸਟੇਟਮੈਂਟ ਦੀ ਕਲੈਰਿਟੀ ਨਾਲ? ਨਹੀਂ, ਮੈਂ ਸਰਪ੍ਰਾਈਜ਼ ਕਿ ਇੰਨੀ ਕਲੈਰਿਟੀ ਦੇ ਨਾਲ ਜਿਹੜੀ ਸਟੇਟਮੈਂਟ ਆਈ ਹੈ, ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਇਸ ਤੋਂ ਬਾਅਦ ਕਾਂਗਰਸ ਤੇ ਖੱਬੀਆਂ ਪਾਰਟੀਆਂ ਲਈ ਕਿੰਨੀ ਕੁ ਜਗ੍ਹਾ ਬਚੀ ਹੈ, ਉਹਨਾਂ ਨੇ ਕੀ ਕਹਿਣਾ? ਵਿਲ ਦੇ ਬੀ ਇਕੋਇੰਗ ਮਜੀਠੀਆ ਸਾਹਿਬ? ਮਜੀਠੀਆ ਦੀ ਮੈਂ ਸਟੇਟਮੈਂਟ ਨੂੰ ਇੱਕ ਸੈਕੰਡ ਸਟੈਪ ਦੇਖਣਾ। ਪਹਿਲਾਂ ਵੀ ਉਹਨਾਂ ਨੇ ਕਹੀ ਜੀ ਕਿਸੇ ਹੋਰ ਇਸ਼ੂ ਤੇ ਸਟੇਟਮੈਂਟ ਦਿੱਤੀ ਸੀ, ਦੈਟ ਵਾਸ ਪੋਜ਼ਿਟਿਵ, ਤੇ ਮੈਂ ਕਹਿ ਰਿਹਾ ਸੀ ਉਦੋਂ ਮੈਨੂੰ ਲੱਗਦਾ ਸੀ ਕਿ ਯਾਰ ਅੱਜ ਵਿਕਰਮ ਮਜੀਠੀਆ ਉਹ ਵਿਕਰਮ ਮਜੀਠੀਆ ਨਹੀਂ ਰਿਹਾ ਜਿਹਨੂੰ ਤੁਹਾਨੂੰ ਲੱਗਦਾ ਅਕਾਲੀ ਦਲ ਇਸ ਕਲੀਅਰ ਕਿ ਹੁਣ ਲਾਈਨ ਕਿਹੜੀ ਲੈਣੀ? ਨਹੀਂ, ਓਕੇ,
ਗੱਲਬਾਤ ਚ ਲਾਈਨ ਕਿਹੜੀ ਲੈਣੀ ਹੈ, Okay. ਐਕਸ਼ਨ ਚ ਨਹੀਂ ਲੈ ਰਹੇ ਔਨ ਦਾ ਗਰਾਊਂਡ ਜਿਹੜਾ ਜੇ ਉਹਦੇ action ਉਹਦੇ ਚੋਂ ਤੇ ਅਜੇ line ਤੁਹਾਨੂੰ ਲੈ ਲੈਣ, ਸ਼ੱਕ ਫਿਰ ਤਾਂ ਇਹਨਾਂ ਨੂੰ ਕੋਈ ਹੋਰ ਕੋਈ ਰਿਪਲੇਸ ਹੀ ਨਹੀਂ ਕਰ ਸਕਦਾ ਅਜੇ ਤਾਂ ਜੋ ਹੁਣ ਗਿਵਨ ਸਿਚੁਏਸ਼ਨ ਹੈ ਉਹ ਐਕਸ਼ਨ ਚ ਲੈ ਨਹੀਂ ਰਹੇ। ਪਰ ਫਿਰ ਵੀ ਜਿਹੜੀ ਉਹਨਾਂ ਨੇ ਕਲੀਅਰ ਕੱਟ ਲਾਈਨ ਲਈ ਹੈ ਇਹ ਪੋਜ਼ਿਟਿਵ ਹੈ, ਇਹਨੂੰ ਹਾਂ ਪੱਕੀ ਜੀ। ਹੈ। ਦੂਜਾ ਗੱਲ ਜਿਹੜਾ ਅਸੀਂ ਸਮਝਦਾ ਦੇਖਣ ਨੂੰ ਬੜੀ ਪੋਲਰਾਈਜੇਸ਼ਨ ਲੱਗਦੀ ਹੈ ਕਿਉਂਕਿ ਅਸੀਂ ਫਟਾਫਟ ਕਈ ਵਾਰ ਨਤੀਜੇ ਜਿਹੜੇ ਉਹ ਜਿਵੇਂ ਅਜੇ ਵੀ ਟੂ ਨੀਅਰ ਦਾ ਹੈਪਨਿੰਗਸ ਅਸੀਂ ਬਹੁਤ ਛੇਤੀ ਨਾਲ ਅਜੇ ਕਰ ਰਹੇ ਹਾਂ ਐਨਾਲਿਸਿਸ। ਪਰ ਮੈਨੂੰ ਇਹ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਉਸ ਤਰੀਕੇ ਨਾਲ ਪੋਲਰਾਈਜੇਸ਼ਨ ਦੀ ਬਜਾਏ ਇੱਥੇ ਪੋਲੀਟੀਕਲ ਗੇਨ ਬੀਜੇਪੀ ਕਰੇ ਉਹਦੀ ਕੋਸ਼ਿਸ਼ ਹੋ ਸਕਦੀ, ਕਿਉਂਕਿ ਇਹਨੇ ਬਹੁਤ ਸਾਰੀ ਸਿੱਖ ਲੀਡਰਸ਼ਿਪ ਚਾਹੇ ਉਹ ਅਕਾਲੀਆਂ ਚੋਂ ਹੈ, ਚਾਹੇ ਉਹ ਬੀਜੇਪੀ ਚੋਂ ਹੈ, ਚਾਹੇ ਉਹ ਆਪ ਚੋਂ ਹੈ, ਚਾਹੇ ਉਹ ਆਪਣਾ ਕਾਂਗਰਸ ਦੇ ਵਿੱਚੋਂ ਹੈ, ਚਾਹੇ ਬੀਐਸਪੀ ਚੋਂ ਹੈ, ਚਾਹੇ ਰਿਟਾਇਰੀ ਅਫਸਰ ਨੇ, ਉਹਨੇ ਬਹੁਤ ਕੁਝ ਲਾਏ ਹੋਏ। ਮੈਂ ਅਬ ਰਨਿੰਗ ਓਵਰ ਟਾਈਮ ਇਨ ਦਿਸ ਸੈਗਮੈਂਟ। ਮੈਂ ਜਿਸ ਤਰ੍ਹਾਂ ਅਗਲੇ ਸੈਗਮੈਂਟ 'ਚ ਜਾਣਾ ਕਿਉਂਕਿ ਕੁਝ ਉਹ ਸਵਾਲ ਨੇ ਜਿਹੜੇ ਇਸ ਭਰਵੀਂ ਬਹਿਸ ਦੇ ਵਿੱਚੋਂ ਵੀ ਗਾਇਬ ਨੇ। ਅਜੇ ਕਿ ਬੇਹੱਦ ਬਹਿਸ ਹੋ ਰਹੀ ਹੈ ਇਸ ਵੇਲੇ ਤਮਾਮ ਸੋਸ਼ਲ ਮੀਡੀਆ ਦੇ ਉੱਤੇ, ਟੀਵੀ ਚੈਨਲਸ ਦੇ ਉੱਤੇ, ਅਖਬਾਰਾਂ ਦੇ ਵਿੱਚ ਤਮਾਮ ਫੋਕਸ ਅਜਨਾਲੇ ਤੇ ਹੈ ਤੇ ਉਹਦੇ ਬਾਵਜੂਦ ਕੋਈ ਫੋਕਸ ਬਹੁਤ ਸਾਰੀਆਂ ਇੰਪੋਰਟੈਂਟ ਗੱਲਾਂ ਤੇ ਨਹੀਂ ਹੈ। we'll talk about this claim of ours as soon as we meet after this break. ਹਰਜੇਸ਼ਵਰ ਜੀ, ਮੈਂ ਸਿਵਰਾਜਵੀਰ ਜੀ ਦੇ ਐਡੀਟੋਰੀਅਲ ਦਾ ਆਪਣੇ ਇੱਕ ਦਾਈਏ ਦੇ ਵਿੱਚ ਵੀ ਜ਼ਿਕਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜਿਸ ਵੇਲੇ ਤੁਸੀਂ ਇਸ ਭੀੜ ਨੂੰ ਦੇਖਦੇ ਹੋ ਜਿਹੜੀ ਬਾਰ-ਬਾਰ ਲੂਪ ਦੇ ਉੱਤੇ ਇੱਕ ਵੀਡੀਓ ਚੱਲਦਾ ਹੈ ਕਿ ਤਲਵਾਰਾਂ ਨਾਲ ਆਰਮਸ ਦੇ ਨਾਲ ਇੱਕ ਭੀੜ ਪੁਲਿਸ ਦੇ ਬੈਰੀਕੇਡ ਤੋੜ ਕੇ ਪੁਲਿਸ ਥਾਣੇ ਦੇ ਉੱਤੇ ਕਬਜ਼ਾ ਕਰ ਰਹੀ ਹੈ, ਇਹੀ ਸਭ ਤੋਂ ਬੁਰੇ ਸੀਨਸ ਨੇ। ਇਹਨਾਂ ਨੂੰ ਲੈ ਕੇ ਤਮਾਮ ਕ੍ਰਿਟਿਸਿਜ਼ਮ ਹੋ ਰਿਹਾ ਹੈ। ਇਹ ਬਹਿਸ ਕਿੱਥੇ ਹੋਵੇਗੀ ਕਿ ਇਹ ਨੌਜਵਾਨ ਕੌਣ ਹਨ, ਇਹ ਨੌਜਵਾਨ ਉਸ ਅੰਮ੍ਰਿਤਪਾਲ ਸਿੰਘ ਦੇ ਨਾਲ ਕਿਉਂ ਚਲੇ ਗਏ, ਉਹ ਇੱਕ ਇਹੋ ਜਿਹੀ ਖੂਨੀ ਖੇਡ ਦਾ ਕਿਉਂ ਹਿੱਸਾ ਬਣ ਰਹੇ ਹਨ ਜਿਹਦੇ ਵਿੱਚ ਉਹ ਕਿਸੇ ਦੀ ਜਾਨ ਲੈਣ ਲਈ ਤਿਆਰ ਹਨ ਤਾਂ ਉਹਨਾਂ ਦੀ ਆਪਣੀ ਜਾਨ ਜਾ ਵੀ ਸਕਦੀ ਆ। ਉਹ ਇਹਨਾਂ ਰਿਸਕ ਤੋਂ ਚੰਗੀ ਤਰ੍ਹਾਂ ਵਾਕਿਫ ਹਨ। ਸਿਵਰਾਜਵੀਰ ਹੋਰੀ ਜਵਾਬ ਦੇ ਰਹੇ ਨੇ ਆਪਣੀ ਅੱਜ ਦੀ ਲਿਖਤ ਦੇ ਵਿੱਚ, ਸੱਚ ਬੋਲਾ ਵੈ ਪਿਆਰ। ਉਹ ਕਹਿ ਰਹੇ ਨੇ ਇਹ ਉਹ ਨੌਜਵਾਨ ਨੇ ਜਿਨ੍ਹਾਂ ਦੀ ਸਰਕਾਰਾਂ, ਸਮਾਜ, ਸਾਡੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ, ਸੰਸਥਾਵਾਂ ਨੇ ਬਾਂਹ ਨਹੀਂ ਫੜੀ। ਇਹ ਸਾਡੇ ਪੰਜਾਬ ਦਾ 20ਵੀਂ ਸਦੀ ਦਾ ਇਤਿਹਾਸ ਲਗਾਤਾਰ ਸੰਤਾਪ ਸਹਿਣ ਦਾ ਇਤਿਹਾਸ ਹੈ। ਇਹ ਉਹ ਸੰਤਾਪੇ ਹੋਏ ਨੌਜਵਾਨ ਹਨ ਜਿਨ੍ਹਾਂ ਲਈ ਅਸੀਂ ਕੋਈ ਸਪੇਸ ਨਹੀਂ ਛੱਡੀ। ਇਹ ਸੰਤਾਪ ਅਸੀਂ ਤਾਂ ਗਦਰ ਪਾਰਟੀ ਤੋਂ ਲੈ ਕੇ ਅਸੀਂ ਜਲਿਆਂਵਾਲੇ ਬਾਗ ਤੋਂ ਲੈ ਕੇ ਗੁਰਦੁਆਰਾ ਸੁਧਾਰ ਤੋਂ ਲੈ ਕੇ 47 ਤੋਂ ਲੈ ਕੇ 80ਵੀਆਂ ਦੇ ਪੰਜਾਬ ਤੋਂ ਲੈ ਕੇ 84ਵੀਆਂ ਦੇ ਕਤਲਾਂ ਤੱਕ 90ਵਿਆਂ ਦੀ ਉਸ ਗਹਿ ਗੱਚ ਲੜਾਈਆਂ ਤੱਕ ਗਲੀਆਂ ਬਾਜ਼ਾਰਾਂ ਦੇ ਵਿੱਚ KPS ਗਿੱਲ ਤੇ ਬੇਅੰਤ ਸਿੰਘ ਦੇ ਪੰਜਾਬ ਤੱਕ ਅਸੀਂ ਤਾਂ ਲਗਾਤਾਰ ਇਹ ਹੰਡਾਉਂਦੇ ਹੀ ਆ ਰਹੇ ਹਾਂ ਨਾ, ਚਾਹੇ ਉਹ ਨਕਸਲ ਵਿਰੋਧੀ ਲਹਿਰ ਹੋਵੇ, ਚਾਹੇ ਖੜਕੂ ਲਹਿਰ ਹੋਵੇ, ਚਾਹੇ ਕਿਸਾਨ ਅੰਦੋਲਨ ਹੋਵੇ। ਅਸੀਂ ਉਸ ਮਿਸਿੰਗ ਜਸਟਿਸ ਜਿਹੜਾ ਇਹਦੀ ਕੌਂਸਟੈਂਟ ਥੀਮ ਹੈ ਕਿ ਨਿਆਂ ਤੋਂ ਅਸੀਂ ਵਿਰਵੇ ਹਾਂ, ਉਸ ਥੀਮ ਦੇ ਉੱਤੇ ਫੋਕਸ ਕਿਉਂ ਨਹੀਂ ਕੀਤਾ। ਅਜਨਾਲੇ ਨੂੰ ਮੈਨੂੰ ਝੱਟ ਉਸ ਥੀਮ ਤੇ ਲੈ ਆਉਣਾ ਚਾਹੀਦਾ ਸੀ, ਮੈਂ ਉੱਥੇ ਕਿਉਂ ਮਿਸਿੰਗ ਆ। ਮੇਰੇ ਇਨਸਾਫ ਦੀ ਗੱਲ, ਇਨਸਾਫ ਦੇ ਡਿਨਾਈਲ ਦੀ ਗੱਲ ਕਿਉਂ ਮਿਸਿੰਗ ਆ। ਅੰਮ੍ਰਿਤਪਾਲ ਸਾਰਿਆਂ ਤੋਂ ਇਹ ਡਿਬੇਟ ਖੋ ਕੇ ਕਿਸ ਤਰ੍ਹਾਂ ਲੈ ਜਾ ਸਕਦਾ। ਐਸਪੀ ਜੀ, ਜਿੱਥੋਂ ਤੱਕ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿੱਥੋਂ ਤੱਕ ਪੰਜਾਬ ਦੀ ਇੱਕ ਪੁਲਿਸ ਦਾ ਹੁਕਮ ਕਰ ਰਹੀ ਹੈ, ਇਹ ਥਰੂ ਆਊਟ ਆਪਾਂ ਹਿਸਟਰੀ ਜੇ ਮਤਲਬ ਉਸ ਤੋਂ ਹੀ ਪਿੱਛੇ ਚਲੇ ਜਾਈਏ ਜਦੋਂ ਦੇ ਅੰਗਰੇਜ਼ ਪੰਜਾਬ ਦੇ ਵਿੱਚ ਆਏ ਹੈਗੇ ਆ ਤੇ ਪੰਜਾਬ ਨੂੰ ਇੱਕ ਲਾਅ ਐਂਡ ਆਰਡਰ ਸਟੇਟ ਦੇ ਵਾਂਗੂ ਹੀ ਉਹਨੂੰ ਵਰਤਿਆ ਗਿਆ। ਪੰਜਾਬ ਦੇ ਵਿੱਚ ਜਦੋਂ ਵੀ ਕਦੇ ਵੀ ਲੋਕਾਂ ਵੱਲੋਂ ਕੋਈ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਉਸ ਟਾਈਮ ਤੇ ਉਹਨਾਂ ਨਾਲ ਬਹੁਤ ਬੁਰਾ ਸਲੂਕ ਹੋਇਆ, ਚਾਹੇ ਤੁਸੀਂ ਕੁੱਕਿਆਂ ਦਾ 1870 ਚ ਦੇਖ ਲਓ, ਚਾਹੇ ਜਲਿਆਂਵਾਲਾ ਬਾਗ ਆਪਣੇ ਹਿਸਾਬ ਤੋਂ ਦੇਖ ਲਓ। ਉਸ ਤੋਂ ਬਾਅਦ ਜਿਵੇਂ ਨਕਸਲੀ ਲਹਿਰ ਦੀ ਗੱਲ ਕੀਤੀ ਹੈ, ਖੜਕੂ ਲਹਿਰ ਦੀ ਗੱਲ ਕੀਤੀ ਹੈ, ਤੇ ਪੰਜਾਬ ਦੇ ਵਿੱਚ ਇੱਕ ਪੁਲਿਸ ਦਾ ਇੱਕ ਜਿਹੜਾ ਡਰ ਜਾਂ ਬੇਖੌਫ ਜਿਹੜਾ ਤਾਂ ਦਹਿਸ਼ਤ ਪੰਜਾਬ ਦੇ ਵਿੱਚ ਖਾਸੀ 80s 90s ਤੱਕ ਮਤਲਬ ਹੁਣ ਤੱਕ ਵੀ ਚੱਲਦੀ ਰਹੀ ਹੈ। ਤੇ ਹੁਣ ਦੋ ਚੀਜ਼ਾਂ ਰਲ ਗਈਆਂ ਕਿ ਮੇਰਾ ਫਰਸਟ੍ਰੇਟਡ ਯੂਥ ਹੈ, ਇੱਕ ਉਹ ਜਿਹੀ ਕਲੋਨੀਅਲ ਪੁਲਿਸ ਤੁਸੀਂ ਕਹਿ ਰਹੇ ਹੋ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਪਰ ਉਸ ਤੋਂ ਬਾਅਦ ਕੀ ਹੋਇਆ ਕਿ 2015 ਤੋਂ ਬਾਅਦ ਜਿਵੇਂ ਇੱਕ ਪੈਂਟ ਅਪ ਜਿਹੜੀ ਫਰਸਟ੍ਰੇਸ਼ਨ ਆ ਜੀ, ਉਹ ਕੀ ਹੈ 2015 ਤੋਂ ਬਾਅਦ ਪੈਂਡੂਲਮ ਨੂੰ ਦੂਸਰੀ ਤਰਫ ਸਵਿੰਗ ਹੋ ਰਿਹਾ ਹੈਗਾ। 2015 ਤੋਂ ਬਾਅਦ ਆਪਾਂ ਬਰਗਾੜੀ ਕਾਂਡ ਜਦੋਂ ਵੇਖਿਆ, ਉਸ ਤੋਂ ਬਾਅਦ ਲਗਾਤਾਰ ਜਿਹੜੀ ਪੁਲਿਸ ਹੈਗੀ ਹੈ ਉਹ ਜਦੋਂ ਵੀ ਆਰਗੇਨਾਈਜ਼ਡ ਮਾਸਸ ਹੁੰਦੇ ਆ, ਜਿਹੜੇ ਕਮਿਟਡ ਮਾਸਸ ਹੈਗੇ ਆ, ਚਾਹੇ ਉਹ ਕਿਸਾਨ ਮੂਵਮੈਂਟ ਦੇ ਹੈਗੇ ਆ, ਚਾਹੇ ਉਹ ਰੈਡੀਕਲ ਧਿਰਾਂ ਦੇ ਹੈਗੇ ਆ, ਜਦੋਂ ਉਹਨਾਂ ਨੂੰ ਕਨਫਰੰਟ ਕਰਦੀ ਹੈਗੀ ਆ ਤੇ ਉਸ ਟਾਈਮ ਤੱਕ ਤਾਂ ਪੋਲੀਟੀਕਲ ਲੀਡਰਸ਼ਿਪ ਦੀ ਕੋਈ ਕਲੈਰਿਟੀ ਨਹੀਂ ਵੀ ਉਹਨਾਂ ਨੂੰ ਕਿਵੇਂ ਡੀਲ ਕਰਨਾ ਹੈਗਾ, ਉਹਨਾਂ ਨੂੰ ਕਿਵੇਂ ਰੋਕਣਾ ਹੈਗਾ। ਤੇ ਇੱਕ ਮਤਲਬ ਉਸ ਦੇ ਵਿੱਚ ਜਿਹੜੀ ਡਿਮੋਰਲਾਈਜੇਸ਼ਨ ਆ ਡੈਫੀਨੇਟਲੀ ਤੁਹਾਨੂੰ ਉਹਨੂੰ ਦਿਖਾਈ ਦਿੰਦੀ ਜਦੋਂ ਵੀ ਤੁਸੀਂ ਆਮ ਪੁਲਿਸ ਦੇ ਨਾਲ ਗੱਲ ਕਰਦੇ ਹੈਗੇ। ਤੇ ਕੋਈ ਵੀ ਜਿਹੜੇ ਸਟੇਟ ਹੈਗੀ ਆ ਜਾਂ ਕੋਈ ਵੀ ਸੁਸਾਇਟੀ ਆ, ਮੈਨੂੰ ਲੱਗਦਾ ਕਿ ਉਹਦਾ ਇੱਕ ਮੀਡੀਅਮ ਸਿਸਟਮ ਹੋਣਾ ਚਾਹੀਦਾ ਹੈਗਾ ਜਿੱਥੇ ਰੂਲ ਆਫ ਲਾਅ ਹੋਵੇ, ਜਿਹਦੇ ਵਿੱਚ ਜਿਹੜਾ ਸਿਟੀਜ਼ਨ ਵੀ ਹੋਵੇ ਉਹ ਵੀ ਇੰਨਾ ਮਤਲਬ ਇੱਕ ਤਰੀਕੇ ਦੇ ਨਾਲ ਜਿਹੜਾ ਲਾਅ ਨੂੰ ਮੰਨੇ ਤੇ ਪੁਲਿਸ ਵੀ ਜਿਹੜੀ ਹੈਗੀ ਉਹ ਰੂਲ ਆਫ ਲਾਅ ਨੂੰ ਅਪਲਾਈ ਕਰੇ, ਇੰਪਾਰਸ਼ਲੀ ਕਰੇ। ਸਿਰਫ ਪੁਲਿਸੀਆ ਕੰਡਕਟ ਬਾਰੇ ਨਹੀਂ ਨਾ ਬਹਿਸ ਹੋਣੀ ਚਾਹੀਦੀ। ਫਿਰ ਇਹਦੀ ਕਿ ਮੇਰਾ ਯੂਥ ਫਰਸਟ੍ਰੇਟਡ ਕਿਉਂ ਹੈ, ਪੁਲਿਸ ਵਾਲਾ ਜਿਹੜਾ ਉਹਦਾ ਮੋਰੇਲ ਕਿਉਂ ਗਿਰਿਆ ਹੋਇਆ। ਤੁਸੀਂ ਇੱਕ ਪਾਸੇ ਡਾਕਟਰ ਸਾਹਿਬ ਮੋਰੇਲ ਗਿਰਿਆ ਹੋਵੇ ਪੁਲਿਸ ਦਾ
ਗਿਰੇ ਹੋਏ ਮੋਰੇਲ ਵਾਲੀ ਪੁਲਿਸ ਬੜੀ ਵਹਿਸ਼ਿਆਨਾ ਤਰੀਕੇ ਦੇ ਨਾਲ ਫਿਰ ਡੀਲ ਕਰਦੀ ਹੈ ਲੋਕਾਂ ਦੇ ਨਾਲ, ਤੇ ਫਰਸਟ੍ਰੇਟਡ ਯੂਥ ਜਿਹੜਾ ਉਹ ਫਿਰ ਰੈਡੀਕਲਾਈਜ਼ਡ ਜਿਹੜਾ ਯੂਥ ਹੁੰਦਾ ਉਧਰ ਨੂੰ ਜਾਂਦਾ ਹੈ। ਇਹ ਟਕਰਾਅ ਇਹਦੇ ਚੋਂ ਖੂਨੀ ਇਹ ਲਹਿਰਾਂ ਨਿਕਲਦੀਆਂ ਨੇ ਤੇ ਦੇਸ਼ ਨੂੰ ਅਸੀਂ ਦੱਸ ਦਿੰਦੇ ਹਾਂ ਵੀ ਉੱਥੇ ਖਾਲਿਸਤਾਨ ਕੋਈ ਬਣਨ ਲੱਗਾ ਜੇ। ਅਸੀਂ ਐਸਪੀ ਜੀ ਦੋ ਗੱਲਾਂ ਨੂੰ ਜਿਹੜੇ ਜਿਸ ਸੰਦਰਭ 'ਚ ਦੇਖਣਾ ਚਾਹੀਦਾ ਸੀ, ਜਿਸ ਵਰਤਾਂਤ ਨੂੰ ਦੇਖਣਾ, ਉਹ ਦੇਖਿਆ ਨਹੀਂ। ਕਿਵੇਂ? ਇੱਕ ਤਾਂ ਜਿਹੜਾ 90ਵਿਆਂ ਦੇ ਵਿੱਚ 80ਵਿਆਂ ਦੇ ਡੇਟ ਦੇ ਵਿੱਚ ਪੁਲਿਸ ਨੇ ਜ਼ਿਆਦਤੀਆਂ ਵੀ ਕਰੀਆਂ, ਪਰ ਜਿਨ੍ਹਾਂ ਨੇ ਨਹੀਂ ਵੀ ਜ਼ਿਆਦਤੀਆਂ ਕਰੀਆਂ ਉਹ ਵੀ ਉਹਦੇ 'ਚੋਂ ਪੁਲਿਸ ਨੂੰ ਇਹ ਲੱਗਦਾ, ਪਹਿਲਾਂ ਤਾਂ ਪੁਲਿਸ ਨੂੰ ਲੱਗਾ ਉਦੋਂ ਵੀ ਅਸੀਂ ਬਰੂਟਲ ਹੋ ਸਕਦੇ ਜਿੰਨੇ ਮਰਜ਼ੀ, ਤੇ ਹੁਣ ਉਹਨਾਂ ਨੂੰ ਲੱਗਦਾ ਵੀ ਅਸੀਂ ਕਿਤੇ ਜੜ ਹੋਈ ਨਾ ਮਾਰੇ ਜਾਈਏ। ਪੁਲਿਸ ਦਾ ਮਨੋਬਲ ਐ ਨਹੀਂ ਵੀ ਅੱਜ ਗਿਰਿਆ ਇਹ। ਦੂਜੇ ਪਾਸੇ ਜਿਹੜੀ ਯੂਥ ਸੀ, ਉਹ ਯੂਥ ਦੀ ਬੇਚੈਨੀ ਨੂੰ ਅਸੀਂ ਐਡਰੈਸ ਕਰਨ ਦੀ ਬਜਾਏ ਅਸੀਂ ਕੈਲਕੂਲੇਟਰ ਤਰੀਕੇ ਨਾਲ ਕਹਿਣ ਨੂੰ ਮੰਨਣ ਨਾ ਮੰਨਣ ਸਟੇਟ, ਅਸੀਂ ਉਹਨਾਂ ਨੂੰ ਨਸ਼ਿਆਂ 'ਚ, ਅਸੀਂ ਉਹਨਾਂ ਨੂੰ ਪ੍ਰਾਈਵੇਟ ਐਜੂਕੇਸ਼ਨ ਦੇ ਬਹਾਨੇ, ਉਹਨਾਂ ਨੂੰ ਬਾਹਰ ਭੇਜਣ ਦੇ ਵਿੱਚ, ਅਸੀਂ ਉਹਨਾਂ ਨੂੰ ਕਰਮਕਾਂਡ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰੀ ਹੈ। ਉਹਦੇ ਵਿੱਚੋਂ ਜਿਹੜੇ ਅੱਜ 10 ਲੱਖ ਨੌਜਵਾਨ ਪੰਜਾਬ ਦੇ ਵਿੱਚ, ਸੌਰੀ 10 ਨਹੀਂ 20 ਲੱਖ ਨੌਜਵਾਨ 18 ਤੋਂ 35 ਸਾਲ ਦਾ ਬੇਰੁਜ਼ਗਾਰ ਹੈ। ਜੇ ਉਹ 20 ਲੱਖ ਬੇਰੁਜ਼ਗਾਰ ਨੌਜਵਾਨ ਹੈ, ਉਹਨੂੰ ਅਸੀਂ ਐਡਰੈਸ ਨਹੀਂ ਕਰਿਆ, ਜਦ ਅਸੀਂ ਉਹਨੂੰ ਐਡਰੈਸ ਨਹੀਂ ਕਰਦੇ ਕਿ ਜਾਵੇ ਕਿੱਥੇ, ਇਹ ਰੋਟੀ ਕਿੱਥੋਂ ਖਾਵੇ। ਦੂਜਾ, ਉਹਦੇ ਅਸੀਂ ਕਦੇ ਇਹੀ ਨਹੀਂ ਵੀ ਉਹਦੇ ਇਕਨੋਮਿਕ ਆਰਥਿਕ ਪੱਖ ਨੂੰ ਨਹੀਂ ਐਡਰੈਸ ਕਰਿਆ, ਅਸੀਂ ਉਹਦੇ ਪੋਲੀਟੀਕਲ, ਮੋਰਲ, ਸਪਿਰਿਚੁਅਲ, ਸੋਸ਼ਲ ਪੱਖ ਨੂੰ ਵੀ ਐਡਰੈਸ ਨਹੀਂ ਕਰਿਆ। ਫਿਰ ਫੌਜ ਤਿਆਰ ਕੀਤੀ ਨਾ, ਫਿਰ ਫੌਜ ਹੀ ਤਿਆਰ ਕੀਤੀ ਨਾ ਇਸ ਕਿਸਮ ਦੀ ਫੌਜ ਤਿਆਰ ਕਰਤੀ, ਜਿਹੜੀ ਫੌਜ ਮਿਸ ਡਾਇਰੈਕਟਡ ਹੈ। ਤੁਸੀਂ ਇਹ ਦੇਖੋ, ਫੌਜ ਨੂੰ ਜਿੱਥੇ ਮਰਜ਼ੀ ਲਿਜਾ ਸਕਦੇ। ਹੁਣ ਤੁਸੀਂ ਮੈਨੂੰ ਦੇਖੋ, ਇਹ ਪੂਰਾ ਦੇਸ਼ ਇਸ ਨੂੰ ਪੜਦਾ। ਇਹ ਇੰਡੀਅਨ ਐਕਸਪ੍ਰੈਸ ਦੇ ਵਿੱਚ ਤਵਲੀਨ ਸਿੰਘਰਾ ਦਾ ਕਾਲਮ ਹੈ, ਬਹੁਤ ਮਕਬੂਲ ਕਾਲਮ ਹੈ ਹਿੰਦੁਸਤਾਨ ਦੇ ਵਿੱਚ। ਜੇ ਤੁਸੀਂ ਹੈਡਲਾਈਨ ਇਹ ਦਿਓਗੇ, ਵੇਜਿੰਗ ਵਾਰ ਅਗੇਂਸਟ ਇੰਡੀਆ, ਇੱਕ ਕਮਿਊਨਿਟੀ ਦੇ ਉੱਤੇ ਇੱਕ ਠੱਪਾ ਲੱਗਦਾ, ਉਸ ਦੇ ਵਿੱਚ ਇਹ ਸਵਾਲ ਤਾਂ ਨਹੀਂ ਉਹ ਕੋਈ ਉਠਾਣਗੇ ਨਾ ਕਿ ਭਾਈ ਜਿਸ ਵੇਲੇ ਪੂਰੇ ਦੇਸ਼ ਦੇ ਵਿੱਚ ਤੁਸੀਂ ਧਰਮ ਤੇ ਰਾਜਨੀਤੀ ਨੂੰ ਇਸ ਤਰੀਕੇ ਨਾਲ ਮਿਕਸ ਕਰ ਰਹੇ ਹੋ, ਜਿਹਦੇ 'ਚ ਤੁਸੀਂ ਮਤਲਬ ਉਹ ਇੱਕ ਨਫ਼ਰਤ ਦੀ ਇੱਕ ਪੋਲਿਟਿਕਸ ਬਣਾ ਰਹੇ ਹੋ, ਉਹਦੇ ਵਿੱਚ ਕੋਈ ਇੰਨੀ ਆਸਾਨੀ ਨਾਲ ਉਹਨਾਂ ਹੀ ਤਰੀਕਿਆਂ ਨਾਲ ਧਰਮ ਤੇ ਰਾਜਨੀਤੀ ਨੂੰ ਮਿਕਸ ਕਰੇਗਾ, ਉਹ ਫਿਰ ਮੀਰੀ ਪੀਰੀ ਵਾਲੀ ਧਰਮ ਤੇ ਰਾਜਨੀਤੀ ਦਾ ਮਿਕਸਚਰ ਨਹੀਂ ਹੋਏਗਾ। ਨਹੀਂ ਫਿਰ ਹਾਂ, ਮੇਰੀ ਬੇਨਤੀ ਇਹ ਹੈ ਕਿ ਜਿਹੜੇ ਧਰਮ ਨੂੰ ਅੱਗੇ ਲਿਆ ਰਹੇ ਨੇ ਵੀ ਰਾਜ ਅਸੀਂ ਧਰਮ ਨਾਲ ਕਰਨਾ, ਜਿਹੜੇ ਲੋਕਾਂ ਦੇ ਫਰਿੱਜ ਦੇਖਦੇ ਫਿਰਦੇ ਨੇ, ਜਿਹੜੇ ਫੜ ਕੇ ਪਹਿਲੂ ਖਾਨ ਦਾ ਕਤਲ ਕਰਦੇ ਨੇ, ਜਿਹੜੇ ਦਲਤਾਂ ਦੇ ਕੁੜੀਆਂ ਦਾ ਰੇਪ ਹੁੰਦਾ ਤੇ ਜਿਹੜੇ ਰੇਪਿਸਟ ਉਹਨਾਂ ਦੇ ਗਲਾਂ 'ਚ ਹਾਰ ਪਾਉਂਦੇ ਨੇ, ਜਿਹੜੇ ਬਿਲਕਿਸ ਨੂੰ ਕੇਸ ਕਰਦੇ ਨੇ, ਕੋਈ ਚਾਹੁੰਦੇ ਨੇ ਵੀ ਸਿੱਖੀ ਵੀ ਇਸ ਪਾਸੇ ਜਾਵੇ। ਸਿੱਖੀ ਇਸ ਪਾਸੇ ਨਹੀਂ ਗਈ ਸੀ। ਸਾਰੇ ਦੇਸ਼ ਨੂੰ ਤਾਂ ਇਹ ਦੱਸ ਸਕਣਗੇ ਨਾ ਕਿ ਦੇਖੋ ਪੰਜਾਬ ਤੋਂ ਜਿਹੜੇ ਸੀਨ ਸਾਹਮਣੇ ਆ ਰਹੇ ਨੇ, ਤਲਵਾਰਾਂ ਲੈ ਕੇ ਨੌਜਵਾਨ ਘੁੰਮ ਰਹੇ ਨੇ ਤੇ ਖਾਲਿਸਤਾਨ ਦੀਆਂ ਗੱਲਾਂ ਹੋ ਰਹੀਆਂ ਨੇ, ਤੇ ਇਹ ਨੌਜਵਾਨ ਖਾਲਿਸ ਜਿਹੜਾ ਉਹ ਕੀ ਨਾਮ ਉਹਦਾ ਇੰਪੋਰਟ ਫਰਮ ਦੁਬਈ, ਉਹ ਖਾਲਿਸਤਾਨ ਦੀਆਂ ਗੱਲਾਂ ਕਰ ਰਿਹਾ ਹੈ। ਸ਼ੇਖਰ ਗੁਪਤਾ ਹੋਰਾਂ ਦਾ ਮੈਂ ਆਰਟੀਕਲ ਪੜ੍ਹ ਰਿਹਾ ਸੀਗਾ ਦਾ ਪ੍ਰਿੰਟ ਦੇ ਵਿੱਚ, ਉਹਨਾਂ ਨੇ ਲਿਖਿਆ ਕਿ ਪਿੰਡਰਾਂ ਵਾਲਿਆਂ ਨੇ, ਕਿਉਂਕਿ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੀ ਬਹੁਤ ਗੱਲ ਹੁੰਦੀ ਹੈ ਇਹਦੇ 'ਚ, ਉਹਨਾਂ ਨੇ ਕਿਹਾ ਕਿ ਜਰਨੈਲ ਸਿੰਘ ਪਿੰਡਰਾਂ ਵਾਲਾ ਨੇ ਆਪਣੀ ਸਾਰੀ ਟੈਨਿਓਰ ਦੇ ਵਿੱਚ, ਜਿੰਨੀ ਦੇਰ ਉਹ ਮੋਹਰਿਕ ਰਹੇ ਪੋਲਿਟਿਕਸ ਦੇ ਵਿੱਚ, ਕਦੀ ਖਾਲਿਸਤਾਨ ਦਾ ਨਾਮ ਨਹੀਂ ਲਿਆ। ਇੱਕ ਵਾਰੀ ਉਹਨਾਂ ਨੇ ਕਿਹਾ ਕਿ ਇੱਕ ਵਾਰੀ ਵੀ ਉਹਨਾਂ ਨੇ ਨਾਮ ਨਹੀਂ ਵਰਤਿਆ, ਸਿਰਫ ਇੱਕ ਵਾਰੀ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਪੁੱਛਿਆ ਕਿ ਜੀ ਖਾਲਿਸਤਾਨ ਤੁਹਾਨੂੰ ਚਾਹੀਦਾ, ਉਹ ਕਹਿੰਦੇ ਨੇ ਜੇ ਬੀਬੀ ਦਿੰਦੀ ਹੈ ਤੇ ਮੈਂ ਕਿਉਂ ਨਾ ਕਰਨੀ ਹੈ, ਫਿਰ ਲੈ ਲਵਾਂਗੇ। ਇਸ ਤੋਂ ਬਿਨਾਂ ਉਹਨਾਂ ਨੇ ਕਦੀ ਖਾਲਿਸਤਾਨ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਕਿਹਾ ਇਹ ਵਿਅਕਤੀ ਪਹਿਲੇ ਦਿਨ ਤੋਂ ਖਾਲਿਸਤਾਨ ਦੇ ਸ਼ਬਦ ਤੋਂ ਸ਼ੁਰੂ ਕਰਦਾ ਆਪਣੀ ਗੱਲ। ਮੈਂ ਇੱਕ ਬੇਨਤੀ ਇਹਦੇ 'ਚ ਕਰਨੀ ਚਾਹੁੰਦਾ ਵੀ ਜਿਹੜੇ ਇਹ ਕਹਿੰਦੇ ਨੇ, ਜਿੱਦੇ ਮੋਹਨ ਭਗਤ ਜੀ ਮਤਲਬ ਉੱਚੀ ਆਵਾਜ਼ 'ਚ ਕਹਿ ਰਹੇ ਨੇ ਵੀ ਜਿੰਨਾ ਚਿਰ ਇੱਥੇ ਇੱਕ ਵੀ ਹਿੰਦੂ ਹੈ, ਹਿੰਦੁਸਤਾਨ ਹੈ, ਆਰਗੇਨਾਈਜ਼ਰ ਦੇ ਵਿੱਚ ਹਿੰਦੂ ਰਾਸ਼ਟਰ ਹੈ, ਬਿਲਕੁਲ ਹਿੰਦੂ ਰਾਸ਼ਟਰ ਹੈ ਇਹ। ਜਿੱਦੇ ਆਰਗੇਨਾਈਜ਼ਰ 'ਚ ਆਰਟੀਕਲ ਛਪਦੇ ਨੇ, ਜਿੱਦੇ ਪੰਚ ਜਿਨ੍ਹਾਂ 'ਚ ਆਰਟੀਕਲ ਛਪਦੇ ਨੇ, ਜਿੱਥੇ ਉਹ ਕਹਿੰਦੇ ਨੇ ਵੀ ਹਿੰਦੂ ਆਕਰੋਸ਼ 'ਚ ਨੇ, 1000 ਸਾਲ ਤੋਂ ਲੜਾਈ 'ਚ ਨੇ, ਜੇ ਇਹਨਾਂ ਤੋਂ ਕੋਈ ਜ਼ਿਆਦਤੀ ਵੀ ਹੋ ਜਾਏ ਤਾਂ ਵੀ ਤੁਸੀਂ ਕੁਝ ਨਹੀਂ ਕਹਿਣਾ, ਜ਼ਿਆਦਤੀ ਹੋ ਸਕਦੀ ਹੈ। ਵਾਰਿਸ ਹਿੰਦੁਸਤਾਨ ਦੇ ਬਣੇ ਹੋਏ ਨੇ ਨਾ, ਉਹ ਬਣੇ ਹੋਏ ਨੇ, ਤੇ ਜੇ ਉਹ ਆਪਦੇ ਆਪ ਨੂੰ ਇਹ ਪਾਸੇ ਪ੍ਰੋਜੈਕਟ ਕਰ ਰਹੇ ਨੇ ਤੇ ਉਹ ਇਹ ਚਾਹੁੰਦੇ ਨੇ ਵੀ ਸਿੱਖ ਵੀ ਇਹੀ ਪ੍ਰੋਜੈਕਟ ਕਰਨ, ਤੇ ਇਹ ਮੀਡੀਆ ਵੀ ਇੱਧਰ ਨੂੰ ਜਾ ਰਿਹਾ। ਅਰਜੇਸ਼ਵਰ ਜੀ, ਡੂ ਯੂ ਸੀ ਦੈਟ ਐਜ਼ ਅ ਸਿਸਟਰ ਆਰਗੇਨਾਈਜੇਸ਼ਨ, ਕੋਈ ਵਾਰਿਸ ਹਿੰਦੁਸਤਾਨ ਦੇ ਨੇ, ਇੱਕ ਵਾਰਿਸ ਪੰਜਾਬ ਦੇ ਬਣੇ ਫਿਰਦੇ ਨੇ? ਨਹੀਂ ਤਾਂ ਬਿਲਕੁਲ ਜੀ, ਜਿੱਥੋਂ ਤੱਕ ਜਿਹੜੀ ਕਮਿਊਨਲਿਜ਼ਮ ਹੈਗਾ, ਕੋਈ ਵੀ ਹੈਗਾ, ਚਾਹੇ ਜੇ ਐਕਸਟ੍ਰੀਮ ਹਿੰਦੂ ਆ, ਉਹ ਐਕਸਟ੍ਰੀਮ ਮੁਸਲਿਮ ਜਾਂ ਐਕਸਟ੍ਰੀਮ ਸਿੱਖ ਜਿਹੜਾ ਹੈਗਾ, ਉਹਨੂੰ ਇੱਕ ਦੂਜੇ ਨੂੰ ਫੀਡ ਕਰਦੇ ਆ। ਜੇ ਉਹ ਚੜਨਗੇ ਦੂਸਰੇ ਵੀ ਚੜਨਗੇ, ਇਹਦੇ ਵਿੱਚ ਜਿੰਨਾ ਮਰਜ਼ੀ ਜ਼ੋਰ ਲਾ ਕੇ। ਦੇयर ਇਜ਼ ਅ ਰੀਜ਼ਨ। ਅੰਮ੍ਰਿਤਪਾਲ ਦੀਆਂ ਗੱਲਾਂ ਇੱਕ ਵੱਡੇ ਸੈਕਸ਼ਨ ਨੂੰ ਅਪੀਲ ਕਰਦੀਆਂ ਨੇ। ਦੂਸਰੀ ਗੱਲ ਇਹ ਹੈ, ਇੱਕ ਸੈਕਸ਼ਨ ਉਹ ਹੈ ਜਿਹੜਾ ਇਸ ਅਪੀਲ ਦੇ ਵਿੱਚ ਇੰਨਾ ਮੁਤਲਾ ਹੋ ਜਾਂਦਾ ਕਿ ਤਲਵਾਰਾਂ ਲੈ ਕੇ ਉਹਦੇ ਨਾਲ ਚਲਾ ਜਾਂਦਾ। ਇੱਕ ਸੈਕਸ਼ਨ ਹੈ ਜਿਹੜਾ ਆਪਣੇ ਕ੍ਰਿਟਿਸਿਜ਼ਮ ਨੂੰ ਬੜੇ ਧਿਆਨ ਦੇ ਨਾਲ ਮੇਜਰ ਕਰਕੇ ਕਰ ਰਿਹਾ, ਕਿਉਂਕਿ ਕੁਝ ਗੱਲਾਂ ਅੰਮ੍ਰਿਤਪਾਲ ਅਜਿਹੀਆਂ ਕਰਦੇ ਨੇ ਜਿਹਦੇ ਲਈ ਸਪੇਸ ਸਮਾਜ ਦੇ ਵਿੱਚ ਪਹਿਲਾਂ ਕ੍ਰੀਏਟ ਕੀਤੀ ਗਈ ਹੈ। ਕੁਝ ਨਿਆਂ ਨਹੀਂ ਦਿੱਤੇ ਗਏ, ਕੁਝ ਜਸਟਿਸ ਡਿਨਾਈ ਕੀਤੇ ਗਏ ਨੇ। ਤੁਸੀਂ ਜੇ ਉਹ ਕਿਸੇ ਦੇ ਨੇਟਿਵ ਫੋਰ ਦਾ ਮੁੱਦਾ ਚੁੱਕ ਲੈਣ ਤੇ ਕਿਸ ਕੋਲ ਜਵਾਬ ਹੋਏਗਾ ਕਿ ਕਿਸ ਨੇ ਨਿਆਂ ਦਿੱਤਾ? ਉਸ ਮਿਸਿੰਗ ਨਿਆਂ ਦੀ ਗੱਲ ਦੀ ਓਨਰਸ਼ਿਪ ਕਿਸ ਹੋਰ ਪਾਰਟੀ ਨੇ ਲਈ ਹੋਈ ਹੈ? ਜੇ ਉਹ ਫੈਡਰਲਿਜ਼ਮ ਦੀ ਕੱਲ ਨੂੰ ਕੋਈ ਗੱਲ ਸ਼ੁਰੂ ਕਰਦੇ ਤਾਂ ਸਾਡੀਆਂ ਪੋਲੀਟੀਕਲ ਪਾਰਟੀਆਂ ਉਸ ਤੋਂ ਭੱਜੀਆਂ ਹੋਈਆਂ ਨੇ, ਤਾਂ ਹੀ ਵਿਲ ਵਾਕ ਅਵੇ ਵਿਦ ਦੈਟ ਨੈਰੇਟਿਵ।
ਐਸਪੀ ਜੀ ਬਿਲਕੁਲ ਇਹ ਵੀ ਤਾਂ ਉਹ issues ਨੇ ਨਾ। ਜਿਹੜਾ ਇਹ ਪੋਲੀਟੀਕਲ ਸਪੇਸ ਜਿਹੜਾ ਹੈਗਾ ਪੰਜਾਬ ਦੇ ਵਿੱਚ, ਉਹ ਲਗਾਤਾਰ ਕਾਫੀ ਬਹੁਤ ਚਿਰ ਦਾ ਇਹ ਸਪੇਸ ਜਿਹੜਾ ਹੈਗਾ ਬਣਿਆ ਹੋਇਆ ਹੈਗਾ, ਕੋਈ ਸ਼ੱਕ ਨਹੀਂਗਾ ਉਹ ਸਪੇਸ ਦੇ ਵਿੱਚ ਹੀ ਆਪਰੇਟ ਕਰ ਰਿਹਾ। ਜਿਹੜਾ ਮੇਨ ਸ਼ੱਕ ਹੈ ਕਿ ਮੇਨ ਜਿਹੜੀ ਗੱਲ ਹੈਗੀ ਆ ਕਿ ਜਿਹੜੀ ਉਹ ਗੱਲ ਕਰ ਰਿਹਾ ਖਾਲਿਸਤਾਨ ਦੀ ਗੱਲ ਕਰ ਰਹੇ ਜਾਂ ਦੂਸਰੇ ਦੀ ਗੱਲ ਕਰ ਰਹੇ ਹੈਗੇ ਆ, ਉਹਦੀ ਪ੍ਰੈਕਟੀਕਲ ਕੋਈ ਇਸ ਵੇਲੇ ਪ੍ਰੈਕਟੀਕਲੀ ਕੋਈ ਉਹਦਾ ਚਾਂਸ ਨਹੀਂ ਉਸ ਚੀਜ਼ ਨੂੰ ਮਿਲਣ ਦਾ ਹੈਗਾ। ਇਹ ਆਪਾਂ ਲਗਾਤਾਰ ਦੇਖ ਚੁੱਕੇ ਆ, ਪੰਜਾਬ ਦੇ ਲੋਕ ਜਿਹੜੇ ਹੈਗੇ ਉਹ ਖਾਲਿਸਤਾਨ ਨੂੰ ਲਗਾਤਾਰ ਰਿਜੈਕਟ ਕਰ ਚੁੱਕੇ ਆ। ਤੇ ਇਹ ਅਲਟੀਮੇਟਲੀ ਹੋਣਾ ਕੀ ਹੈ ਕਿ ਉਹ ਇਸ ਦੇ ਵਿੱਚ ਜਿਹੜੀਆਂ ਫੋਰਸਿਸ ਜਿਹੜੀਆਂ ਐਕਸਟ੍ਰੀਮ ਰਾਈਟ ਦੀਆਂ ਹਿੰਦੂ ਫੋਰਸਿਸ ਆ ਜਿਹੜੀਆਂ ਜਿਹ 'ਚ ਬੀਜੇਪੀ ਆਰਐਸਐਸ ਆ, ਉਹਨਾਂ ਦਾ ਹੀ ਫਾਇਦਾ ਹੋਣਾ ਹੈ, ਕਿਉਂਕਿ ਇਹ ਜਿਹੜੀ ਸਪੇਸ ਨੂੰ ਕਿੰਨਾ ਵੀ ਮਰਜ਼ੀ ਕਰ ਲੈਣ। ਪੰਜਾਬ ਵਰਗੀ ਸਟੇਟ ਦੇ ਵਿੱਚ ਆਪਣੇ ਸਿਮਰਨਜੀਤ ਸਿੰਘ ਮਾਨ ਕਿੰਨਾ ਚਿਰ ਦੇ ਇਲੈਕਸ਼ਨ ਲੜ ਰਹੇ ਹੈਗੇ ਆ, 1 ਜਾਂ 2% ਤੋਂ ਵੱਧ ਉਹਨਾਂ ਨੂੰ ਵੋਟ ਨਹੀਂ ਕਦੇ ਵੀ ਪਈ। ਐਤਕੀ ਵੀ ਠੀਕ ਹੈ ਉਹ ਇੱਕ ਖਾਸ ਪ੍ਰਸਥਿਤੀ ਜਿੱਤੇ ਆ, ਪਰ 2 ਜਾਂ 3% ਤੋਂ ਵੱਧ ਕਦੇ ਵੋਟ ਨਹੀਂ ਪਈ। ਇਹ ਹੁਣ ਨਹੀਂ, ਬਟ ਐਨੀਵੇ ਅਲਟੀਮੇਟਲੀ ਡੈਮੋਕ੍ਰੇਸੀ ਦੇ ਵਿੱਚ ਅਲਟੀਮੇਟਲੀ ਪਾਵਰ ਜਿਹੜੀ ਹੈਗੀ ਆ, ਪਾਵਰ ਤਾਂ ਉਸੇ ਕੋਲੇ ਹੋਣੀ ਜਿਹਦੇ ਸਿਸਟਮ 'ਚ ਰਹਿਣਾ। ਪਾਵਰ ਇੱਕ ਪੋਲੀਟੀਕਲ ਪਾਰਟੀ ਕੋਲੇ ਹੋਣੀ ਹੈ ਜਿਹਨੇ ਸਟੇਟ ਕੈਪਚਰ ਕਰਨੀ ਹੈਗੀ ਹੈ। ਖਾਲਿਸਤਾਨ ਜਿਹੜੇ ਹੈਗੇ ਜਿੰਨਾ ਮਰਜ਼ੀ ਰਿਟੋਰਿਕ ਕਰ ਲੈਣ, ਸਟੇਟ ਕੈਪਚਰ ਨਹੀਂ ਕਰ ਸਕਦੇ। ਸਟੇਟ ਚਾਂਸਸ ਇਹ ਹੈ ਕਿ ਪੰਜਾਬ ਇਹਦਾ ਸੰਤਾਪ ਪੰਜਾਬ ਨੂੰ ਭੁਗਤਣਾ ਪੈਣਾ। ਪੰਜਾਬ ਜਿਹੜਾ ਹੈਗਾ, ਪੰਜਾਬ ਵੁੱਡ ਬੀ ਦਾ ਬਿਗ ਲੂਜ਼ਰ ਇਹਦੇ ਵਿੱਚ। ਜੇ ਹੁਣ ਬੀਜੇਪੀ ਆ, ਅਲਟੀਮੇਟਲੀ ਜੇ ਫਾਇਦਾ ਵੀ ਹੋਇਆ ਤਾਂ ਬੀਜੇਪੀ ਨੂੰ ਹੋਊਗਾ, ਇਸ ਅੰਮ੍ਰਿਤਪਾਲ ਜਾਂ ਉਹਨਾਂ ਨੂੰ ਹੋਊਗਾ। ਦੇ ਆਰ ਜਸਟ ਅ ਸਾਈਡ ਸ਼ੋ। ਜਦੋਂ ਮੇਨ ਬੀਜੇਪੀ ਨੂੰ ਫਾਇਦਾ ਹੋਏਗਾ ਤੇ ਪੰਜਾਬ ਵਿਲ ਬੀ ਅ ਬਿਗ ਲੂਜ਼ਰ। ਪੰਜਾਬ ਵਿਲ ਬੀ ਲੂਜ਼ਰ। ਇਹ ਬੇਸਿਕਲੀ ਇੱਕ ਤਰ੍ਹਾਂ ਦਾ ਸਾਈਡ ਸ਼ੋ ਹੋ ਰਿਹਾ, ਜਿਵੇਂ ਇੱਕ ਕ੍ਰਿਕਟ ਦਾ ਜਾਂ ਹਾਕੀ ਦਾ ਮੈਚ ਚੱਲ ਰਿਹਾ ਹੁੰਦਾ ਤੇ ਟੀਮਾਂ ਜਦੋਂ ਥੱਕ ਕੇ ਸਾਈਡ ਤੇ ਬੈਠੀਆਂ ਹੁੰਦੀਆਂ ਜੇ ਤੇ 5-7 ਮਿੰਟ ਦੀ ਇੰਟਰਵਲ ਆ, ਇਹ ਇੰਟਰਵਲ ਦੇ ਵਿੱਚ ਹੁਣ ਇੱਕ ਸਾਈਡ ਸ਼ੋ ਚੱਲ ਰਿਹਾ। ਅਲਟੀਮੇਟਲੀ ਪਲੇਅਰ ਹੋਣੇ ਆ ਤੇ ਉਹ ਐਂਟਰਟੇਨਮੈਂਟ ਸਾਨੂੰ ਬਹੁਤ ਮਹਿੰਗੀ ਪੈਣੀ ਹੈ। ਹਾਂ, ਇਹ ਪੰਜਾਬ ਨੂੰ ਮਹਿੰਗੀ ਪੈਣੀ ਹੈ। ਗਰਗ ਸਾਹਿਬ ਇੱਕ ਇਹਨਾਂ ਨੇ ਗੱਲ ਕੀਤੀ ਕਿ ਜੀ ਉਹਦੇ ਲਈ ਕੋਈ ਜਗ੍ਹਾ ਨਹੀਂ ਹੈ, ਉਹਨੂੰ ਕੋਈ ਉਸ ਤਰ੍ਹਾਂ ਰਿਸਪੌਂਸ ਨਹੀਂ ਆਏਗਾ, ਨੰਬਰਸ ਨਹੀਂ ਹੈ, ਪ੍ਰੈਗਮੈਟਿਕ ਕੰਡੀਸ਼ਨਸ ਇਸ ਵੇਲੇ ਉਹਦੇ ਲਈ ਨਹੀਂ ਹੈਗੀਆਂ ਕਿ ਤੁਸੀਂ ਕੋਈ ਖਾਲਿਸਤਾਨ ਦੀ ਗੱਲ ਕਰੋ। ਸਵਾਲ ਦੂਸਰਾ, ਜਿਸ ਵੇਲੇ ਕੋਈ ਲਕੀਰ ਕੱਢ ਕੇ ਸਟੇਟ ਦੇ ਖਿਲਾਫ ਜ਼ੋਰ ਨਾਲ ਬੋਲਦਾ ਤਾਂ ਇੱਕ ਸੈਕਸ਼ਨ ਇਸ ਤਰ੍ਹਾਂ ਦਾ ਹੈ, ਕਿਉਂਕਿ ਸਟੇਟ ਰਿਸਪੌਂਡ ਨਹੀਂ ਕਰਦੀ ਆਮ ਲੋਕਾਂ ਨੂੰ, ਉਹਨਾਂ ਨੂੰ ਜਾਪਦਾ ਹੈ ਇਹ ਭਾਊ ਤਕੜਾ ਹੈ, ਇਹਦੇ ਨਾਲ ਤੁਰ ਪਈ ਹੈ। ਇੱਕ ਬੰਦਾ ਜੱਜਸ ਦਾ ਨਾਮ ਲੈ ਕੇ ਉਹਨਾਂ ਨੂੰ ਗਾਲਾਂ ਕੱਢਣ ਤੇ ਆ ਜਾਂਦਾ, ਇੱਕ ਵੱਡਾ ਸੈਕਸ਼ਨ ਉਹਦੇ ਨਾਲ ਤੁਰਨਾ ਸ਼ੁਰੂ ਹੋ ਜਾਂਦਾ ਤੇ ਉਹ YouTube ਵੀ ਸਟਾਰ ਬਣ ਜਾਂਦਾ। ਇੱਕ ਬੰਦਾ ਖੜੇ ਹੋ ਕੇ ਤੇ ਰੋਜ਼ ਖਾਲਿਸਤਾਨ ਦੀ ਗੱਲ ਕਰਦਾ ਤੇ ਅਮਿਤ ਸ਼ਾਹ ਨੂੰ ਧਮਕੀਆਂ ਦਿੰਦਾ ਕਿ ਇੰਦਰਾ ਗਾਂਧੀ ਨਾਲ ਇਹ ਹੋਇਆ ਸੀ, ਫਿਰ ਅਮਿਤ ਸ਼ਾਹ ਵੀ ਸੋਚ ਲਵੇ, ਉਹ ਇਸ ਕਿਸਮ ਦੀਆਂ ਗੱਲਾਂ ਕਰੇਗਾ। ਇੱਕ ਸੈਕਸ਼ਨ ਕਹੇਗਾ ਵਾਹ ਵਾਹ ਦੇਖਿਆ ਸਾਡਾ ਭਾਊ ਕਿੱਡਾ ਤਕੜਾ ਹੋ ਗਿਆ, ਉਹ ਸੈਕਸ਼ਨ ਉਹਨੂੰ ਰਿਸਪੌਂਡ ਕਰਨ ਲੱਗ ਜਾਂਦਾ। ਹੁਣ ਸਾਡਾ ਪੋਲੀਟੀਸ਼ੀਅਨ ਕੀ ਇਸ ਤੋਂ ਅਗਾਹ ਹੈ ਕਿ ਉਸਨੇ ਇਹ ਜਿਹੜਾ ਸਮਾਜ ਦੇ ਵਿੱਚ ਉਹਦੀ ਅੰਦਰੂਨੀ ਅਮਨ ਹੈ, ਸਹਿਜ ਦੀ ਗੱਲ ਹੈ, ਤੁਸੀਂ ਕਿਹਾ ਸਾਡਾ ਜਿਹੜਾ ਸਮਾਜ ਹੈ ਉਹ ਆਰਥਿਕ ਸਮਾਜਿਕ ਤੌਰ ਦੇ ਨਹੀਂ, ਉਹ ਸਪਿਰਿਚੁਅਲ ਤੌਰ ਦੇ ਉੱਤੇ ਸੋਸ਼ਲੀ ਟੁੱਟਿਆ ਪਿਆ, ਉਸ ਪੋਲਿਟਿਕਸ ਦੀ ਕੋਈ ਓਨਰਸ਼ਿਪ ਨਹੀਂ ਲੈ ਰਿਹਾ, ਫਿਰ ਉਹਦੇ ਵਿੱਚ ਤਾਂ ਇਹ ਹੋਏਗਾ। ਅਜੇ ਤਾਂ ਸਾਡੇ ਕੋਲ ਇੱਕ ਹੈ ਨਾ ਇਹ ਦੁਬਈ ਤੋਂ, ਤੇ ਦੁਬਈ 'ਚ ਹੋਰ ਕਿਹੜਾ ਕੋਈ ਮਾਲ ਘੱਟ ਹੈ, ਬਾਕੀ ਬੜੇ ਕੰਟਰੀ ਪਏ ਨੇ। ਪਾਕਿਸਤਾਨ ਦੇ ਵਾਲੇ ਪਹਿਲਾਂ ਹੀ ਮਾਲ ਰੱਖੀ ਬੈਠੇ ਨੇ ਬਹੁਤ ਸਾਰਾ। ਮੈਂ ਤੁਹਾਨੂੰ ਦੋ ਗੱਲਾਂ ਛੋਟੀ ਕਹਾਂਗਾ। ਇੱਕ ਤਾਂ ਜਿਹੜਾ ਅਸੀਂ ਕਹਿੰਦਾ ਨਾ ਵੀ ਉਹ ਫੈਡਰਲਿਜ਼ਮ ਦੀ ਗੱਲ ਚੁੱਕ ਲੇਗਾ, ਨਹੀਂ ਚੁੱਕੇਗਾ। ਚਲੋ ਇਹ ਲੋੜ ਨਹੀਂ ਹੈ ਉਸ ਨੂੰ। ਉਹ ਮੈਂ ਉਮੀਦ ਤੋਂ ਅੱਗੇ ਜਾ ਕੇ ਗੱਲ ਕਰਾਂਗੀ। ਜੀ ਜੀ, ਉਹਨੇ ਜਿਹੜੀ ਗੱਲ ਦਾ ਨੈਰੇਟਿਵ ਸਿਰਜਣਾ ਹੈ, ਜਿਹੜਾ ਵਰਤਾਂਤ ਸਿਰਜਣਾ ਉਹੀ ਸਿਰਜੇਗਾ, ਕਿਉਂਕਿ ਉਹਨੇ ਕਮਿਊਨਲਾਈਜ਼ ਕਰਨਾ ਹੈ, ਏਮ ਹੈ ਉਹਦਾ। ਪਰ ਜਿਹੜਾ ਅਸੀਂ ਕਹਿੰਦੇ ਆ ਵੀ ਪੰਜਾਬ 'ਚ, ਮੈਂ ਪ੍ਰੋਫੈਸਰ ਸਾਹਿਬ ਨਾਲ ਐਗਰੀ ਕਰਦਾ ਇਸ ਗੱਲ ਦੇ ਉੱਤੇ ਵੀ ਖਾਲਿਸਤਾਨ ਦੇ ਥੱਲੇ ਲੋਕਾਂ, ਕਿਉਂਕਿ ਭੁਗਤਾ ਤਾਂ ਲੋਕਾਂ ਨੇ ਅੰਮ੍ਰਿਤਪਾਲ ਨੇ ਥੋੜ੍ਹਾ ਭੁਗਤਿਆ। ਅੰਮ੍ਰਿਤਪਾਲ ਤਾਂ ਉਦੋਂ ਉਸ ਉਮਰ ਦਾ ਜਵਾਕ ਵੀ ਨਹੀਂ ਸੀਗਾ ਜਿਸ ਵੇਲੇ ਦੀ ਗੱਲ ਕਰਦੇ ਹਾਂ ਅਸੀਂ। ਜਿਨ੍ਹਾਂ ਨੇ ਭੁਗਤਿਆ ਉਹਨਾਂ ਨੂੰ ਪਤਾ ਵੀ ਕੀ ਹੋਇਆ। ਉਦੋਂ ਅੱਗੇ ਜਿਨ੍ਹਾਂ ਦੇ ਹੁਣ ਵੀ ਅੰਮ੍ਰਿਤਪਾਲ ਨੇ ਤਾਂ ਹੈ ਵੀ ਇੱਕ ਤਾਂ ਉਹ ਭੁਗਤਿਆ ਨਹੀਂ, ਇੱਕ ਜਿਨ੍ਹਾਂ ਦਾ ਉਹ ਨਾਮ ਲੈਂਦਾ ਉਹਦਾ ਦੇ ਮੇਰੇ ਖਿਆਲ ਉਸ ਦੀ ਡੈਥ ਤੋਂ ਬਾਅਦ ਜਨਮ ਹੈ ਅੰਮ੍ਰਿਤਪਾਲ ਦਾ। ਮੈਨੂੰ ਤੇ ਹੁਣ ਪਤਾ ਲੱਗ ਰਿਹਾ ਵੀ ਉਹ ਤਾਂ ਦੀਪ ਸਿੱਧੂ ਨੂੰ ਵੀ ਕਦੀ ਨਹੀਂ ਮਿਲਿਆ। ਹਾਂ, ਮੈਂ ਤੁਹਾਨੂੰ ਤਾਂ ਦੱਸਦਾ। ਦੂਜੀ ਗੱਲ ਜਿਹੜੀ ਸਾਨੂੰ ਇੱਥੇ ਦੇਖਣ ਦੀ ਲੋੜ ਹੈ ਉਹ ਇਹ ਹੈ ਕਿ ਅੱਜ ਇੰਡੀਅਨ ਸਟੇਟ ਨੂੰ ਇਹ ਲੋੜ ਹੈ, ਜਾਂ ਇੰਡੀਅਨ ਰੂਲਿੰਗ ਪਾਰਟੀ ਨੂੰ, ਕਿ ਲੋਕਾਂ ਦੇ ਵਿੱਚੋਂ ਵਿਗਿਆਨਕ ਸੋਚ ਖਤਮ ਹੋਵੇ, ਲੋਕਾਂ ਦੇ ਵਿੱਚ ਦਕਿਆਨੂਸੀ ਸੋਚ ਆਵੇ, ਲੋਕ ਜੰਤਰ ਮੰਤਰ ਟੂਨੇ ਟਾਮਨ 'ਚ ਪੈ ਜਾਣ। ਤੇ ਵਿਦੇਸ਼ਾਂ ਨੂੰ ਵੀ ਇਹ ਫਿੱਟ ਆਉਂਦਾ ਹੈ ਵੀ ਤੁਸੀਂ ਆਪਦੇ ਜੰਤਰ ਮੰਤਰ ਖਰੀਦ ਜਾਓ, ਸਮਾਨ ਸਾਡਾ ਖਰੀਦੋ। ਕਦੇ ਰਫੇਲ ਖਰੀਦ ਲਓਗੇ, ਕਦੇ ਵੈਂਟੀਲੇਟਰ ਖਰੀਦ ਲਓਗੇ, ਕਦੇ ਕੋਈ ਹੋਰ ਚੀਜ਼ ਖਰੀਦ ਲਓਗੇ। ਸੋ ਇਸ ਕਰਕੇ ਅੱਜ ਦੇਸ਼ ਨੂੰ ਮੁੜ ਕੇ ਮੱਧ ਯੁੱਗ ਵੱਲ ਧੱਕਣ ਵਾਸਤੇ ਜਿਹੜੀ ਪਾਰਟੀ ਰਾਜ ਕਰਦੀ ਹੈ ਉਹਦੇ ਤਾਕਤ 'ਚ ਰਹਿਣਾ ਚਾਹੁੰਦੀ ਹੈ, ਉਹਦੇ ਵਾਸਤੇ ਕਰ ਰਹੀ ਹੈ। ਆਈ ਟੇਕ ਦੈਟ ਪੁਆਇੰਟ। ਮੈਂ ਬ੍ਰੇਕ ਲਈ ਰੁਕ ਰਿਹਾ, ਪਰ ਤੁਹਾਡੇ ਦੋਨਾਂ ਦੀ ਗੱਲਬਾਤ ਦੇ ਵਿੱਚ ਜਿੱਥੇ ਇੱਕ ਕਾਮਨੈਲਿਟੀ ਹੈ ਉਹ ਇਹ ਹੈ, ਜਿਸ ਤਰ੍ਹਾਂ ਕਿ ਰੂਲ ਆਫ ਲਾ ਬਹੁਤ ਜ਼ਰੂਰੀ ਹੈ ਤੇ ਡੈਮੋਕ੍ਰੈਟਿਕ ਨੋਰਮਸ ਤੋਂ ਬਾਹਰ ਜਾ ਕੇ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹ ਖਤਰਨਾਕ ਨੇ। ਸਵਾਲ ਇੱਕ ਇਹ ਹੈ ਕਿ ਇੱਕ ਸਿੱਖ ਕੁਐਸਚਨ ਤਾਂ ਪੈਂਡਿੰਗ ਪਿਆ ਨਾ ਇਸ ਰੀਜਨ ਦੇ ਵਿੱਚ, ਤੇ ਉਸ ਪੈਂਡਿੰਗ ਕੁਐਸਚਨ ਦੇ ਵਿੱਚੋਂ ਇਸ ਕਿਸਮ ਦੀ ਸਪੇਸ ਨਿਕਲਦੀ ਹੈ ਜਿਹਦੀ ਓਨਰਸ਼ਿਪ ਪੋਲੀਟੀਕਲ ਪਾਰਟੀਆਂ ਲੈ ਨਹੀਂ ਰਹੀਆਂ, ਤੇ ਅੰਮ੍ਰਿਤਪਾਲ ਅੱਗੇ ਵੱਧ ਕੇ ਉਹ ਮੁੱਦਾ ਜਿਹੜਾ ਉਹ ਖੋ ਕੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਤੇ ਭੀੜ ਉਸ ਨੂੰ ਰਿਸਪੌਂਡ ਕਰ ਰਹੀ ਹੈ। ਵੀਲ ਟਾਕ ਅਬਾਊਟ ਦਿਸ ਵੈਨ ਵੀ ਕਮ ਬੈਕ ਆਫਟਰ ਦਿਸ ਬ੍ਰੇਕ।
ਪ੍ਰੋਫੈਸਰ ਹਰਜੇਸ਼ਵਰਪਾਲ ਜੀ ਕੀ ਸਾਡੀਆਂ ਪੋਲੀਟੀਕਲ ਪਾਰਟੀਆਂ ਹੁਣ ਜਾਗਣਗੀਆਂ ਕਿ ਵਡੇਰੇ ਸਵਾਲ ਜੇ ਅਨਐਡਰੈਸਡ ਰਹਿਣਗੇ, ਜੇ ਪੋਲੀਟੀਕਲ ਪਾਰਟੀਆਂ ਪੋਲਿਟਿਕਸ ਤੋਂ ਭਗੌੜੀਆਂ ਰਹਿਣਗੀਆਂ ਤਾਂ ਫਿਰ ਕੋਈ ਆ ਕੇ ਉਸ ਪੋਲਿਟਿਕਸ ਦੇ ਉੱਤੇ ਕਬਜ਼ਾ ਕਰੇਗਾ, ਉਸ ਨੂੰ ਕੋਈ ਕਿਸੇ ਕਿਸਮ ਦਾ ਇੱਕ ਨੈਰੇਟਿਵ ਪਹਿਨਾ ਦਿੱਤਾ ਜਾਏਗਾ। ਇਸ ਟਾਈਮ ਜ਼ਮਾਨਾ ਜਿਹੜਾ ਉਹ ਨੈਰੇਟਿਵਸ ਦਾ। ਅੰਮ੍ਰਿਤਪਾਲ ਹੈਜ਼ ਵਾਕਡ ਅਵੇ ਵਿਦ ਅ ਨੈਰੇਟਿਵ। ਅਕਾਲੀ ਦਲ ਦਾ ਕਾਊਂਟਰ ਨੈਰੇਟਿਵ ਕੀ ਹੈ ਇਹ ਉਨੀ ਕਲੈਰਿਟੀ ਨਾਲ ਨਹੀਂ ਜਾ ਰਿਹਾ। ਕਾਂਗਰਸ ਦਾ ਨੈਰੇਟਿਵ ਕੰਪਲੀਟਲੀ ਕਨਫਿਊਜ਼ਡ ਹੈ। ਕਾਂਗਰਸ ਨੇ ਕਿਸ ਨੂੰ ਨੈਰੇਟਿਵ ਬਣਾਉਣਾ? ਉਹ ਇਹ ਕਹੇਗੀ ਕਿ ਰਾਜ ਸਰਕਾਰ ਠੀਕ ਤਰੀਕੇ ਨਾਲ ਕੰਟਰੋਲ ਨਹੀਂ ਕਰ ਰਹੀ, ਤਾਂ ਫਿਰ ਕਾਂਗਰਸ ਇੱਕ ਲਾ ਐਂਡ ਆਰਡਰ ਦਾ ਨੈਰੇਟਿਵ ਬਣਾ ਰਹੀ ਹੈ ਕਿ ਸਰਕਾਰ ਲਾ ਐਂਡ ਆਰਡਰ ਕੰਟਰੋਲ ਨਹੀਂ ਕਰ ਸਕਦੀ, ਜਿਹੜਾ ਕਿ ਬਹੁਤ ਹੀ ਆਈਸੋਲੇਟਿਡ ਜਿਹਾ ਨੈਰੇਟਿਵ ਹੈ ਜਿਹਦਾ ਕੋਈ ਮਾਇਨਾ ਨਹੀਂ ਹੈ। ਤੇ ਦੂਸਰਾ ਨੈਰੇਟਿਵ ਕਾਂਗਰਸ ਦਾ ਉਸ ਵੇਲੇ ਬਣ ਜਾਂਦਾ ਜਿਸ ਵੇਲੇ ਤੁਸੀਂ ਰਵਨੀਤ ਸਿੰਘ ਬਿੱਟੂ ਨੂੰ ਨਾਲ ਖੜਾ ਕਰਦੇ ਹੋ। ਹਰ ਸਾਲ ਜਾ ਕੇ ਬੇਅੰਤ ਸਿੰਘ ਦੀ ਸਮਾਧੀ ਦੇ ਉੱਤੇ ਫੁੱਲ ਚੜਾਣੇ ਹੁੰਦੇ ਨੇ ਤੇ KPS ਗਿੱਲ ਤੁਹਾਡਾ ਲਗਾਤਾਰ ਹੀਰੋ ਬਣਿਆ ਰਹਿੰਦਾ। ਉਸ ਦੇ ਵਿੱਚ ਵੀ ਪੰਜਾਬ ਦੇ ਲੋਕ ਇੱਕ ਨੈਰੇਟਿਵ ਨੂੰ ਪੜ੍ਹਦੇ ਨੇ। ਖੱਬੇ ਪੱਖ ਨੇ ਜਿਸ ਕਿਸਮ ਦਾ ਨੈਰੇਟਿਵ ਦੇਣਾ ਸੀ ਉਹ ਤਾਂ ਮੈਨੂੰ ਲੱਗਦਾ ਜੇ ਅੱਜ ਕੋਈ ਬੋਲੇਗਾ ਤਾਂ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਦੀ ਸਟੇਟਮੈਂਟ ਨੂੰ ਹੀ ਇਕੋ ਕਰ ਰਿਹਾ ਹੋਵੇਗਾ। ਮੈਨੂੰ ਕੋਈ ਜ਼ੋਰਦਾਰ ਨੈਰੇਟਿਵ ਉਧਰੋਂ ਵੀ ਆਉਂਦਾ ਦਿਖਾਈ ਨਹੀਂ ਦਿੰਦਾ। ਅਜੇ ਵਿੱਚ ਸੋ ਫਾਰ ਆਈ ਸਟਿਲ ਸੀ ਅੰਮ੍ਰਿਤਪਾਲ ਇਜ਼ ਦਾ ਫਰੰਟ ਲਾਈਨ ਪਲੇਅਰ, ਬਾਕੀ ਅਜੇ ਬਹੁਤ ਪਿੱਛੇ ਨੇ ਨੈਰੇਟਿਵਸ ਦੀ ਗੇਮ ਦੇ ਵਿੱਚ। ਇੰਟਰਸਟਿੰਗ ਜਿਹੜੀ ਗੱਲ ਹੈਗੀ ਆ ਆਪਣੀ, ਤੁਸੀਂ ਪਹਿਲਾਂ ਵੀ SPC ਕੀਤੀ ਆ ਕਿ ਇਸ ਵੇਲੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਤਕਰੀਬਨ ਸਾਰੀਆਂ ਉਹ ਇੱਕ ਬੈਂਕਰਪਸੀ ਦਾ ਸ਼ਿਕਾਰ ਹੈਗੀਆਂ। ਉਹਨਾਂ ਦੀ ਕ੍ਰੈਡੀਬਿਲਿਟੀ ਬਹੁਤ ਲੋ ਹੈਗੀ ਆ। ਜਿਹੜੀਆਂ ਹਾਰ ਚੁੱਕੀਆਂ ਉਹ ਵੀ ਹੈ ਤੇ ਜਿਹੜੀ ਇਸ ਵੇਲੇ ਸਰਕਾਰ ਦੇ ਵਿੱਚ ਵੀ ਆ ਉਹਦੀ ਕ੍ਰੈਡੀਬਿਲਿਟੀ ਵੀ ਲਗਾਤਾਰ ਥੱਲੇ ਗਈ ਹੈਗੀ ਆ ਪਿਛਲੇ 10 ਮਹੀਨੇ ਦੇ ਵਿੱਚ। ਉਹਦੇ ਵਿੱਚ ਕੀ ਹੋ ਰਿਹਾ ਕਿ ਜਿਹੜੀਆਂ ਬਾਹਰਲੀਆਂ ਆਵਾਜ਼ਾਂ ਹੈਗੀਆਂ, ਜਿਹੜੇ ਇੰਡੀਵਿਜੂਅਲਸ ਹੈਗੇ, ਚਾਹੇ ਅੰਮ੍ਰਿਤਪਾਲ ਲੈ ਲਓ ਤੁਸੀਂ, ਈਵਨ ਉਸ ਤੋਂ ਇਲਾਵਾ ਹੋਰ ਵੀ ਵਿਅਕਤੀ ਜਿਹੜੇ ਹੈਗੇ ਉਹਨਾਂ ਨੂੰ ਜ਼ਿਆਦਾ ਧਿਆਨ ਨਾਲ ਸੁਣਿਆ ਜਾਂਦਾ। ਲੋਕੀ ਉਹਨਾਂ ਦੇ ਵਿਸ਼ਵਾਸ ਢੱਡਰੀਆਂ ਵਾਲਿਆਂ ਦੀ ਸਟੇਟਮੈਂਟ ਕਰ ਰਹੇ ਸੀ, ਮਾਲਵਿੰਦਰ ਸਿੰਘ ਕਹਿੰਦੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਹਥਿਆਰ ਨਾ ਦਿਖਾਓ, ਲੋਕਾਂ ਨੂੰ ਇਹਦੀ ਲਈ ਲੋੜ ਹੈ, ਤੁਸੀਂ ਆਪਣੇ ਬੱਚਿਆਂ ਨੂੰ ਸੈਲੀਬ੍ਰੇਟ ਕਰੋ। ਕੋਈ PCS ਬਣ ਜਾਂਦਾ, ਕੋਈ IAS ਬਣ ਜਾਂਦਾ। ਮੈਨੂੰ ਤਾਂ ਇਹ ਸਟੇਟਮੈਂਟ ਵੀ ਬਹੁਤ ਤਕਲੀਫ ਦਿੰਦੀ ਹੈ ਕਿ ਤੁਸੀਂ ਇੱਦਾਂ ਪੜ੍ਹਿਆ ਲਿਖਿਆ ਨੂੰ ਦਿਖਾਣਾ। ਉਹ ਜਿਹੜੇ ਸਾਡੇ ਫੀਲਡ ਮਾਰਸ਼ਲ ਨੇ, ਜਿਹੜਾ ਖੇਤਾਂ ਵਿੱਚ ਕੰਮ ਕਰਦਾ ਕਿਸਾਨ ਹੈ, ਮਿੱਟੀ ਨਾਲ ਮਿੱਟੀ ਹੋਇਆ, ਉਹ ਸਾਡਾ ਹੀਰੋ ਨਹੀਂ ਹੈ। ਮਤਲਬ ਉਹਦੇ ਲਈ ਸਾਨੂੰ PCS IAS ਬਣਨਾ ਪਏਗਾ। ਸਾਡਾ ਹੀਰੋ ਦਾ ਕੰਸੈਪਟ ਜਿਸ ਵੇਲੇ ਕੋਈ ਬੰਦਾ ਚੰਗੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਇੱਕ ਪੜ੍ਹਿਆ ਲਿਖਿਆ ਸੁਲਝਿਆ ਪਰਸਨ ਆਪਣੇ ਆਪ ਨੂੰ ਕਹਿੰਦੇ ਆ, ਉਸ ਵੇਲੇ ਵੀ ਉਹਦੇ ਵਿੱਚ ਵੀ ਪ੍ਰੋਬਲਮ ਹੈ। ਸੋ ਅਸੀਂ ਵੀ ਆਰ ਸਟਿਲ ਨਾਟ ਕਲੀਅਰ ਕਿ ਅਸੀਂ ਵਰਸ਼ਿਪ ਕਿਸ ਨੂੰ ਕਰਨਾ, ਸੈਲੀਬ੍ਰੇਟ ਕਿਸ ਨੂੰ ਕਰਨਾ। ਉਹ ਚ ਡੈਫੀਨੇਟਲੀ ਅਲੱਗ-ਅਲੱਗ ਵਿਚਾਰ ਹੋਣਗੇ। ਮੇਰੇ ਖਿਆਲ ਜਿਸ ਤਰ੍ਹਾਂ ਦੇ ਵਿਅਕਤੀ ਹੋਣਗੇ ਉਸ ਤਰ੍ਹਾਂ ਦੀਆਂ ਉਹ ਦੇਣਗੇ। ਪਰ ਜਿਹੜੀ ਆਪਾਂ ਦੁਬਾਰਾ ਉਸ ਗੱਲ ਤੇ ਚੱਲਦੇ ਹੈਗੇ ਕਿ ਪੋਲੀਟੀਕਲ ਪਾਰਟੀਆਂ ਦੀਆਂ ਜਿਹੜੀਆਂ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਇੱਕ ਤਾਂ ਕ੍ਰੈਡੀਬਿਲਿਟੀ ਬਹੁਤ ਥੱਲੇ ਆ। ਦੂਸਰੀ ਗੱਲ, ਪੋਲੀਟੀਕਲ ਪਾਰਟੀਆਂ ਨਹੀਂ ਸਮਝਦੀਆਂ ਕਿ ਅੱਜ ਦੀ ਜਿਹੜੀ ਪੋਲਿਟਿਕਸ ਆ ਨੈਰੇਟਿਵ ਦੀ ਲੜਾਈ ਹੈ ਐਂਡ ਇੱਕ ਕਨਸਟੈਂਟ 24 ਆਰ 365 ਡੇਜ਼ ਦੀ ਗੇਮ ਹੈਗੀ ਆ। ਤੁਸੀਂ ਇਹ ਜਿਹੜਾ ਪੁਰਾਣਾ ਟਾਈਮ ਲੰਘ ਗਿਆ ਕਿ ਤੁਸੀਂ ਇਲੈਕਸ਼ਨ ਤੋਂ 4 ਮਹੀਨੇ ਪਹਿਲਾਂ ਉੱਠੋਗੇ, ਤੁਸੀਂ ਟਿਕਟਾਂ ਵੰਡੋਗੇ, ਕੁਝ ਲੈਣ ਦੇਣ ਕਰੋਗੇ ਤੇ ਜਿੱਤ ਜਾਓਗੇ। ਹੁਣ ਨੈਰੇਟਿਵ ਦੇ ਵਿੱਚ ਗੇਮ ਹੈਗੀ ਐਂਡ ਖਾਸ ਕਰਕੇ ਜਿਹੜੀ ਪਾਰਟੀ ਰੀਅਲ ਪੋਲਿਟਿਕਸ ਕਰ ਰਹੀ ਹੈ 24/7 ਪਾਰਟੀ ਹੈ। ਐਂਡ ਪਾਰਟੀਆਂ ਜਿਹੜੀਆਂ ਖਾਸ ਕਰਕੇ ਪੰਜਾਬ ਦੀਆਂ ਤਿੰਨੇ ਪਾਰਟੀਆਂ ਹੈਗੀਆਂ, BJP ਨੂੰ ਵਿੱਚ ਨਹੀਂ ਗਿਲਦਾ ਹੈਗਾ, ਜਿਹੜੀਆਂ ਚਾਹੇ ਅਕਾਲੀ ਦਲ, ਇਹ ਵੀ ਹੁਣ ਆਪਾਂ ਗਲਤੀ ਨਹੀਂ ਕਰ ਰਹੇ BJP ਨੂੰ ਵਿੱਚ ਨਾ ਕਰਕੇ, ਨਾਓ ਦੇ ਆਰ ਪਲੇਅਰਸ ਉਸ ਤਰੀਕੇ ਨਾਲ ਨਹੀਂ। ਮੈਂ ਉਹਨਾਂ ਨੂੰ ਚਾਹੇ ਬੈਕਡੋਰ ਚਾਹੇ ਮੈਂ ਉਹਨੂੰ ਡਿਫਰੈਂਸ਼ੀਏਟ ਕਰਦਾ। ਮੈਂ ਡਿਫਰੈਂਸ਼ੀਏਟ ਜੀ ਸ਼ੋਰ ਕਿ ਚਾਹੇ ਅਕਾਲੀ ਦਲ ਆ, ਚਾਹੇ ਕਾਂਗਰਸ ਆ ਤੇ ਚਾਹੇ ਆਮ ਆਦਮੀ ਪਾਰਟੀ ਆ, ਇਹ ਤਿੰਨੇ ਬੇਸਿਕਲੀ ਕੈਚੁਅਲ ਪਾਰਟੀਆਂ ਹੈਗੀਆਂ। ਇਹ ਮਤਲਬ ਕਿਸੇ ਇੱਕ ਖਾਸ ਵਰਗ ਦੀ ਵੋਟ ਦੇ ਸਹਾਰੇ ਤੇ ਜਿੱਤਣ ਦੀ ਕੋਸ਼ਿਸ਼ ਨਹੀਂ ਕਰਦੀਆਂ। ਇਹਨਾਂ ਦੀ ਕੋਸ਼ਿਸ਼ ਹੁੰਦੀ ਕਿ ਸਾਰਿਆਂ ਦੀਆਂ ਵੋਟਾਂ ਲਈਆਂ ਜਾਣ। ਸੋ ਇਸ ਕਰਕੇ ਇਹਨਾਂ ਨੂੰ ਦੇ ਹੈਵ ਟੂ ਬੀ ਸੈਂਟਰਿਸਟ। ਇਹਨਾਂ ਨੂੰ ਸਾਂਝੀਵਾਲਤਾ ਦੀ ਗੱਲ ਕਰਨੀ ਇਹਨਾਂ ਨੇ ਕੀਤੀ ਵੀ ਹੈ। ਅਕਾਲੀ ਦਲ ਵੀ ਪੰਜਾਬੀਅਤ ਦੀ ਗੱਲ ਕਰਦਾ, ਕਾਂਗਰਸ ਸ਼ੁਰੂ ਤੋਂ ਹੀ ਉਸ ਤਰ੍ਹਾਂ ਦੀ ਪਾਰਟੀ ਹੈਗੀ ਹੈ ਤੇ ਆਮ ਆਦਮੀ ਪਾਰਟੀ ਵੀ ਚਾਹੇ ਲੋਕਾਂ ਦਾ ਉਹਦੇ ਬਾਰੇ ਅਲੱਗ-ਅਲੱਗ ਵਿਊ ਹੈਗਾ, ਬਟ ਉਹ ਸਾਰਿਆਂ ਦੀ ਵੋਟਾਂ ਲੈਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਕੋਲ ਕੋਈ ਨੈਰੇਟਿਵ ਹੋਏਗਾ ਪੰਜਾਬੀ ਬਟ ਐਨੀਵੇ ਮਤਲਬ ਮੇਨ ਗੱਲ ਹੈ ਕਿ ਇਹਨਾਂ ਤਿੰਨਾਂ ਹੀ ਪਾਰਟੀਆਂ ਜਿਹੜੀਆਂ ਹੈਗੀਆਂ, ਜੇ ਪੋਲਰਾਈਜੇਸ਼ਨ ਹੁੰਦੀ ਹੈਗੀ ਹੈ ਤੇ ਸਭ ਤੋਂ ਜ਼ਿਆਦਾ ਨੁਕਸਾਨ ਇਹਨਾਂ ਦਾ ਹੀ ਹੁੰਦਾ। ਤੇ ਜਿਹੜੀ ਚੌਥੀ ਪਾਰਟੀ ਹੈ ਜਿਹਨੂੰ ਆਪਾਂ ਜਿਹੜੀ ਹੁਣ ਵਿੱਚ ਐਂਟਰ ਕਰਨਾ ਚਾਹੁੰਦੀ ਹੈ ਤੇ ਸੱਤਾ ਹਾਸਲ ਕਰਨਾ ਚਾਹੁੰਦੀ ਹੈ, ਉਹ ਇਸ ਨੈਰੇਟਿਵ ਨੂੰ ਉਹਨਾਂ ਨੂੰ ਫਾਇਦਾ ਹੋਊਗਾ। ਸੋ ਇਹਨਾਂ ਨੂੰ ਗਰਾਊਂਡ ਤੇ ਵੀ ਆਉਣਾ ਪਵੇਗਾ, ਨੈਰੇਟਿਵ ਦੀ ਲੜਾਈ ਵੀ ਲੜਨੀ ਪਵੇਗੀ ਤੇ ਅਨਫੋਰਚੂਨੇਟਲੀ ਇੱਕ ਅੱਧੇ ਲੀਡਰ ਨੂੰ ਛੱਡ ਕੇ ਟਾਵਾਂ ਦਿਸਦਾ, ਜਿਵੇਂ ਤੁਸੀਂ ਬਿਕਰਮਜੀਤ ਮਜੀਠੀਆ ਦਾ ਨਾਮ ਲਿਆ, ਕਾਂਗਰਸ ਦਾ ਸ਼ਾਇਦ ਮੈਨੂੰ ਕੋਈ ਯਾਦ ਨਹੀਂ ਆ ਰਿਹਾ ਕਿ ਜਿਹਨੇ ਕੋਈ ਸਟੈਂਡ ਕੋਈ ਲਿਆ ਹੋਵੇ। ਆਮ ਆਦਮੀ ਪਾਰਟੀ ਤਾਂ ਬਿਲਕੁਲ ਚੁੱਪ ਕਾਂਗਰਸ ਹੀ ਹੁੰਦਾ ਸੀ, ਕਾਂਗਰਸ ਛੱਡ ਕੇ ਚਲਾ ਗਿਆ, ਬਾਕੀ ਤਾਂ ਹੁਣ ਕਾਂਗਰਸ ਵਿੱਚੋਂ ਕਾਂਗਰਸ ਹੀ ਲੱਭਣਾ ਪੈਂਦਾ। ਇਹ ਸ਼ੇਖਰ ਗੁਪਤਾ ਜੀ ਲਿਖ ਰਹੇ ਸੀ, ਉਹ ਕਹਿੰਦੇ ਵੀ 92 ਆਊਟ ਆਫ 117 ਇਹ ਬੜੀ ਸਟਰੋਂਗ ਚੀਜ਼ ਹੁੰਦੀ ਹੈ, ਪਰ ਉਹਨਾਂ ਨੇ ਕਿਹਾ ਨਹੀਂ, ਪੰਜਾਬ ਦੇ ਵਿੱਚ ਸਟਰੈਂਥ ਇਦਾਂ ਨਹੀਂ ਨਾਪੀ ਜਾਂਦੀ, ਇਹਦਾ ਕੋਈ ਤਲਕ ਨਹੀਂ ਹੁੰਦਾ ਕਿ ਕੌਣ ਕਿੰਨਾ ਸਟਰੋਂਗ ਹੈ, ਕਿ ਤੁਹਾਡੇ ਕੋਲ ਬੰਦੇ ਕਿੰਨੇ ਨੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਸਟਰੈਂਥ ਜਿਹੜੀ ਹੈ ਉਹ ਦੱਸੀ ਹੈ ਵੀ ਸਟਰੋਂਗ ਕੌਣ ਹੁੰਦਾ। ਉਹ ਕਹਿੰਦੇ ਨੇ ਪੰਜਾਬ ਦੇ ਵਿੱਚ ਪਹਿਲਾਂ ਪ੍ਰੋਬਲਮ ਤਾਂ ਹੋਈ ਜਦੋਂ ਗਿਆਨੀ ਜ਼ੈਲ ਸਿੰਘ ਆਏ ਸੀ, ਕਿਉਂਕਿ ਉਸ ਤੋਂ ਪਹਿਲਾਂ ਕੈਰੋਂ ਸੀ। ਕੈਰੋਂ ਸਟਰੋਂਗਮੈਨ ਸੀ, ਗਲਤੀ ਕਰਤੀ ਨਹਿਰੂ ਨੇ ਕੈਰੋਂ ਨੂੰ ਹਟਾ ਕੇ, ਫਿਰ ਪੰਜਾਬੀ ਸੂਬਾ ਬਣ ਗਿਆ। ਤੇ ਜਿਸ ਵੇਲੇ ਕੁਝ ਸਾਲਾਂ ਬਾਅਦ 72 ਦੇ ਵਿੱਚ ਆ ਕੇ ਤੇ ਉਹ ਬਣਦੇ ਨੇ ਗਿਆਨੀ ਜ਼ੈਲ ਸਿੰਘ, ਉਹ ਕਹਿੰਦੇ ਨਾ ਤੇ ਉਹ ਸਟਰੋਂਗਮੈਨ ਸੀਗੇ ਤੇ ਨਾ ਉਹ ਜੱਟ ਸੀਗੇ, ਰਾਮਗੜੀਆ ਸੀਗੇ। ਕਾਸਟ ਅੱਜ ਕੱਲ੍ਹ OBC ਦੇ ਵਿੱਚ ਆਉਂਦੀ ਹੈ,
ਪੰਜਾਬ ਦੀ ਪੋਲਿਟਿਕਸ ਦੀ ਇੱਕ ਖਾਸੀਅਤ ਹੈ, ਉਹਨੂੰ ਹਮੇਸ਼ਾ ਇੱਕ ਸਟਰੋਂਗ ਲੀਡਰ ਚਾਹੀਦਾ ਹੁੰਦਾ, ਉਹ ਇੱਕ ਸਿੱਖ ਹੀ ਹੋਣਾ ਚਾਹੀਦਾ ਤੇ ਇੱਕ ਜੱਟ ਹੀ ਹੋਣਾ ਚਾਹੀਦਾ। ਵੈਸੇ ਮੈਂ ਇਸ ਕਿਸਮ ਦਾ ਖੁੱਲ੍ਹਾ ਜਾਤੀਵਾਦ ਕਿਸੇ ਵੱਡੇ ਸੰਪਾਦਕ ਨੂੰ ਕਰਦੇ ਹਾਂ, ਪਰ ਇਹ ਨੈਸ਼ਨਲ ਇੰਟਰਸਟ ਵਿੱਚ ਹੋਏਗਾ। ਇਹਨਾਂ ਦੇ ਕਾਲਮ ਦਾ ਨਾਂ ਨੈਸ਼ਨਲ ਇੰਟਰਸਟ ਹੁੰਦਾ। ਸੋ ਨੈਸ਼ਨਲ ਇੰਟਰਸਟ ਇਹਦੇ ਵਿੱਚ ਹੈ ਕਿ ਪੰਜਾਬ ਦੇ ਵਿੱਚ ਰਿਜ਼ਰਵੇਸ਼ਨ ਕਰ ਦਿੱਤੀ ਜਾਵੇ ਵੀ ਸੀਐਮ ਹਮੇਸ਼ਾ ਜੱਟ ਹੋਏਗਾ ਤੇ ਸਿੱਖ ਹੋਏਗਾ। ਇਹਨਾਂ ਦੀ ਨੈਸ਼ਨਲ ਇੰਟਰਸਟ ਕੀ ਹੈ? ਇਹਨਾਂ ਦੇ ਭਾਣੇ ਨੈਸ਼ਨਲ ਇੰਟਰਸਟ ਹੈ ਵੀ ਅੱਜ ਵਾਈ ਇਜ਼ ਹੀ ਨਾਟ ਬੀਇੰਗ ਕਾਲਡ ਆਊਟ? ਹੀ ਰਾਈਟਸ ਦਿਸ ਐਕਚੁਅਲੀ। ਸ਼ੋਰ। ਅਡਾਨੀ ਮਾਮਲੇ ਦੇ ਵਿੱਚ ਤੇ BBC ਦੇ ਦਫ਼ਤਰਾਂ ਤੇ ਛਾਪੇ ਮਾਰ ਕੇ ਸਰਕਾਰ ਕਟਹਿਰੇ 'ਚ ਖੜੀ ਸੀ। ਸਾਰਾ ਨੈਰੇਟਿਵ ਉਹਦੇ ਤੇ ਫੋਕਸ ਹੋਇਆ ਸੀ। ਇਹ ਅਜਨਾਲੇ ਨੇ ਸਾਰੇ ਦਾ ਸਾਰਾ ਪੂਰੇ ਮੁਲਕ ਦੇ ਵਿੱਚ ਨੈਰੇਟਿਵ ਖਾਲਿਸਤਾਨ ਬਾਰੇ ਬਣਾ ਦਿੱਤਾ। ਆ ਜਿਹੜਾ ਗੱਲ ਹੈ ਇਹ ਸਮਝਣ ਦੀ ਲੋੜ ਹੈ ਵੀ ਉਹ ਜਿੱਥੇ ਫਸੀ ਹੋਈ ਸੀ ਸਰਕਾਰ ਕੇਂਦਰ ਦੀ ਉੱਥੋਂ ਕੱਢਣਾ। ਦੂਜਾ ਪਾਸਾ ਜਿਹੜੇ ਸ਼ੇਖਰ ਗੁਪਤਾ ਜੀ ਨੇ ਉਹ ਵੀ ਉਹੀ ਨੈਰੇਟਿਵ ਸਿਰਜ ਰਹੇ ਨੇ। ਉਹ ਤਾਂ ਕਿਉਂਕਿ ਪਹਿਲਾਂ ਵੀ ਕਈ ਵਾਰ ਮੈਂ ਉਹਨਾਂ ਦੇ ਆਰਟੀਕਲ ਪੜ੍ਹਦਾ, ਬੜੇ ਸਿਆਣੇ ਨੇ, ਸੁਲਝੇ ਹੋਏ ਨੇ, ਪਰ ਉਹਨਾਂ ਦਾ ਨੈਸ਼ਨਲਿਜ਼ਮ ਆਪਦਾ ਨੈਸ਼ਨਲਿਜ਼ਮ ਹੈ। ਉਹਨਾਂ ਨੂੰ ਹਿੰਦੂ ਨੈਸ਼ਨਲਿਜ਼ਮ ਹੀ ਨੈਸ਼ਨਲਿਜ਼ਮ। ਹੁਣ ਜਿਹੜੀ ਜੱਟ ਸਿੱਖ ਦੀ ਗੱਲ ਕਰਦੇ ਹੋ, ਜੇ ਜੱਟ ਸਿੱਖ ਦੀ ਗੱਲ ਕਰੀਏ ਤਾਂ ਗਿਆਨੀ ਜੈਲ ਸਿੰਘ ਤੋਂ ਬਾਅਦ ਬਰਨਾਲਾ ਸਾਹਿਬ ਨੂੰ ਜੱਟ ਸਿੱਖ ਨਾ ਵੀ ਮੰਨੀਏ ਤੇ ਬਾਕੀ ਤਾਂ ਸਾਰੇ ਜੱਟ ਸਿੱਖ ਹੀ ਰਹੇ ਨੇ। ਤੇ ਫਿਰ ਪੰਜਾਬ ਨੂੰ ਤਾਂ ਜ਼ਿਆਦਾ ਅੱਗ ਉਦੋਂ ਬਾਅਦ ਹੀ ਲੱਗੀ ਹੈ, ਪਹਿਲਾਂ ਤਾਂ ਲੱਗੀ ਨਹੀਂ। ਸੋ ਇਸ ਕਰਕੇ ਇਹ ਇਹਨਾਂ ਦਾ ਇਹ ਆਪਣੇ ਆਪ 'ਚ ਤੱਥਾਂ ਦੇ ਹਿਸਾਬ ਨਾਲ ਵੀ ਠੀਕ ਨਹੀਂ ਹੈ। ਦੂਜੀ ਗੱਲ ਇਹ ਇੱਕ ਜੱਟਾਂ ਵੱਲੋਂ ਇਹ ਨੈਰੇਟਿਵ ਸਿਰਜਿਆ ਜਾਂਦਾ ਹੈ, ਜਿਹੜੇ ਬੰਦੇ ਜਿਹੜਾ ਸਿੱਖੀ ਹੈ ਉਹਨੂੰ ਕੱਲੀ ਜੱਟਾਂ ਦੀ ਫੀਫਡਮ ਬਣਾਉਣਾ ਚਾਹੁੰਦੇ ਨੇ। ਸਿੱਖੀ ਦੇ ਵਿੱਚ 5 ਪਿਆਰੇ ਜਿਹੜੇ ਆਏ ਸੀ ਨਾ, ਉਹਨਾਂ ਚੋਂ ਇੱਕੋ ਹੀ ਜੱਟ ਸੀ ਖੇਤੀ ਕਰਨ ਵਾਲੇ, ਜਾਨੀ ਕਿ ਬਾਕੀ ਜਿਹੜੇ ਸੀ ਦੂਜੀਆਂ ਜਾਤਾਂ ਦੇ ਸੀ ਔਰ ਪੂਰੇ ਮੁਲਕ ਚੋਂ ਆਏ ਹੋਏ ਸੀ। ਇਸ ਕਰਕੇ ਸਿੱਖੀ ਨੂੰ ਮੁੜ ਕੇ ਸੀਮਤ ਕਰਨਾ, ਕੁਝ ਵਿਅਕਤੀਆਂ ਦੇ ਵਿੱਚ ਸੀਮਤ ਕਰਨਾ, ਜਾਤ ਪਾਤ ਦੇ ਵਿੱਚ ਵੰਡਣਾ, ਅੱਜ ਉਹਨਾਂ ਸ਼ਕਤੀਆਂ ਦੀ ਲੋੜ ਹੈ ਜਿਹੜੀਆਂ ਸ਼ਕਤੀਆਂ ਇੱਥੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਰਾਜ ਕਰਨਾ ਚਾਹੁੰਦੀਆਂ ਨੇ ਤੇ ਜਿਹਦੇ ਵਿੱਚ ਉਹ ਹਾਰ ਰਹੀਆਂ ਨੇ। ਸਾਰਾ ਕੁਝ ਦੇਸ਼ ਦਾ ਵਿਕ ਗਿਆ, ਕੋਈ ਨਹੀਂ ਛੱਡਿਆ। ਉਹ ਗਾਹਾਂ ਜਿਹਨੂੰ ਵੇਚਿਆ ਉਹ ਵੀ ਡੁੱਬ ਗਿਆ ਤੇ ਉਹਦੇ ਵਿੱਚ ਹੁਣ 24 ਵਾਸਤੇ ਕਹਿਣ ਵਾਸਤੇ ਸਰਕਾਰ ਕੋਲੇ ਕੁਝ ਨਹੀਂ ਸਿਵਾਏ ਇਸ ਦੇ ਇੱਕ ਨੈਰੇਟਿਵ ਇਹੋ ਜਿਹਾ ਹਊਆ ਖੜਾ ਕਰੇ। ਹਮੇਸ਼ਾ ਜਦ ਹੁਕਮਰਾਨ ਹਾਰਦਾ ਹੁੰਦਾ ਹੈ, ਹੁਕਮਰਾਨ ਨੇ ਜਿੱਤ ਵਾਸਤੇ ਜ਼ਰੂਰੀ ਹੁੰਦਾ ਹੈ ਕੋਈ ਦੈਂਤ ਖੜਾ ਕਰੇ, ਆਵਾਸੀ ਦੈਂਤ ਜਿਹੜਾ ਦਿਖੇ ਲੋਕਾਂ ਨੂੰ ਲੱਗੇ ਵੀ ਉਹਦੇ ਮਨ 'ਚ ਪੈਦਾ ਕਰੇ। ਅੱਜ 24 ਵਾਸਤੇ ਮੈਂ ਹੁਣ ਕਹਿਣਾ, ਪਹਿਲਾਂ ਵੀ ਕਿਹਾ ਕਿ 24 ਵਾਸਤੇ ਇਹਨਾਂ ਨੂੰ ਇੱਕ ਪਾਸੇ ਮੁਸਲਮਾਨ ਦਾ ਕੁੱਟ, ਕਿਉਂਕਿ ਸਟੇਟ ਮੁਸਲਮਾਨ ਦੀ ਰਹੀ ਨਹੀਂ, ਇੱਕੋ ਸੀਗੀ ਜੰਮੂ ਐਂਡ ਕਸ਼ਮੀਰ। ਅਸੀਂ ਦੈਂਤ ਦੇ ਤੌਰ ਤੇ ਪਹਿਲਾਂ ਕੰਮ ਆਏ ਹਾਂ, ਰਾਜੀਵ ਗਾਂਧੀ ਦੇ ਬੜੇ ਕੰਮ ਆਏ ਸੀ। 415 ਸੀਟਾਂ ਜਿੱਤੀਆਂ ਰਾਜੀਵ ਗਾਂਧੀ ਤਾਂ ਕਦੇ ਇੰਨੀ ਮੈਜੋਰਟੀ ਮਿਲੀ ਨਹੀਂ ਸੀ, ਇੰਨੀ ਤਾਂ ਮੋਦੀ ਸਾਹਿਬ ਉਹਨਾਂ ਦੇ ਕੰਮ ਆਇਆ। ਉਸ ਤੋਂ ਬਾਅਦ ਮੁਸਲਮਾਨ ਕੰਮ ਆਏ ਨੇ ਮੋਦੀ ਸਾਹਿਬ ਦੇ। ਮੋਦੀ ਸਾਹਿਬ 2002 ਤੋਂ ਲੈ ਕੇ ਉਤਰੀ ਨਹੀਂ ਕਦੇ ਗੱਦੀ ਤੋਂ, ਵੱਡੀ ਗੱਦੀ 'ਚ ਜਾਂਦੇ ਰਹੇ। ਸੋ ਹੁਣ ਮੁਸਲਮਾਨਾਂ ਤੋਂ ਕੁੱਟਣਾ ਉਹਨਾਂ ਨੂੰ ਸੌਖਾ ਹੈ, ਕੁੱਟਣਗੇ। ਇੱਕ ਹੋਊਗਾ ਹੋਰ ਖੜਾ ਕਰਨਾ ਸੀ ਪੂਰੇ ਮੁਲਕ ਦੇ ਸਾਹਮਣੇ ਵੀ ਆਹ ਖਾਲਿਸਤਾਨੀਆਂ ਨੇ ਦੇਸ਼ ਨੂੰ ਵੰਡਦੇ ਨੇ। ਇਹ ਨਹੀਂ ਕਹਿਣਗੇ, ਇਹ ਕਹਿਣਗੇ ਖਾਲਿਸਤਾਨੀਆਂ, ਖਾਲਿਸਤਾਨ ਦੇ ਨਾਅਰੇ ਲੱਗਣਗੇ, ਨੰਗੀਆਂ ਤਲਵਾਰਾਂ ਨਾਲ ਇੱਥੇ ਜਲੂਸ ਨਿਕਲਣਗੇ, ਕਿਉਂਕਿ ਬਾਕੀ ਮੁਲਕ ਨੂੰ ਡਰਾਉਣਾ ਹੈ। ਜਿਹੜੇ ਇਹ ਕਹਿੰਦੇ ਇੱਥੋਂ ਦੇ ਹਿੰਦੂ ਨੂੰ ਡਰਾਉਣਾ, ਇੱਥੋਂ ਦੇ ਹਿੰਦੂ ਨੂੰ ਨਹੀਂ ਡਰਾਉਣਾ, ਨਾ ਇੱਥੋਂ ਦੇ ਹਿੰਦੂ ਨੇ ਡਰਨਾ ਹੈ, ਕਿਉਂਕਿ ਇੱਥੋਂ ਦੇ ਹਿੰਦੂ ਨੇ ਦੇਖ ਲਿਆ 84 ਵੇਲੇ ਇੱਥੋਂ ਦੇ ਮੈਂ ਕੱਲੇ ਦੀ ਗਿਣਤੀਆਂ ਕਰ ਸਕਦਾ ਜਿਹੜੇ ਹਰਿਆਣੇ 'ਚ ਗਏ, ਕਿਸੇ ਨੇ ਉੱਥੇ ਪੈਰ ਨਹੀਂ ਲੱਗਣ ਦਿੱਤੇ ਉਹਨਾਂ ਦੇ, ਉਹ ਮੁੜ ਕੇ ਆ ਕੇ ਇੱਥੇ ਵਪਾਰ ਸ਼ੁਰੂ ਕਰਿਆ। ਕਿਸਾਨ ਅੰਦੋਲਨ ਨੇ ਦਿਖਾਤਾ ਨਾ, ਤੇ ਹਰਿਆਣਾ ਪੰਜਾਬ ਜਿਵੇਂ ਇਕੱਠੇ ਹੋਏ ਫਿਰਦੇ ਸੀ, ਡਰਦੇ ਤਾਂ ਇਸ ਗੱਲ ਤੋਂ ਨੇ ਨਾ ਵੀ ਇਉਂ ਇਕੱਠੇ ਹੋ ਜਾਂਦੇ ਨੇ। ਸੋ ਇਸ ਕਰਕੇ ਇਸ ਪਾਸੇ ਨੂੰ ਅਸੀਂ ਦੇਖੀਏ ਵੀ ਪੰਜਾਬ ਦੇ ਵਿੱਚ ਕਮਿਊਨਿਜ਼ਮ ਦੀ ਗੱਲ ਨਹੀਂ ਬਹੁਤ ਕਰੇ, ਬਾਹਰ ਨਹੀਂ ਕਰੇ। ਕਨੈਕਟ ਦਾ ਡਾਟਸ, ਇੱਕ ਪਾਸੇ ਸਟੇਟ ਦੀ ਗਵਰਨਮੈਂਟ ਦੀ ਇੱਕ ਕਨਫਰੰਟੇਸ਼ਨ ਬਣ ਰਹੀ ਹੈ ਸੈਂਟਰ ਦੇ ਨੁਮਾਇੰਦੇ ਨਾਲ, ਗਵਰਨਰ ਸਾਹਿਬ ਦੇ ਨਾਲ, ਜਿਹੜੇ ਕਹਿ ਰਹੇ ਨੇ ਕਿ ਬਜਟ ਸੈਸ਼ਨ ਨਹੀਂ ਹੋਣ ਦੇਣਾ। ਇੱਕ ਪਾਸੇ ਸੀਐਮ ਜਿਹੜਾ ਉਹ ਇਨਵੈਸਟਮੈਂਟ ਲਈ ਫੋਟੋਆਂ ਖਿਚਵਾਉਂਦਾ ਫਿਰਦਾ ਤੇ ਇਨਵੈਸਟਰਸ ਨੂੰ ਬੁਲਾਉਂਦਾ ਫਿਰਦਾ ਤੇ ਇਹ ਸਟੇਟਮੈਂਟ ਦੇ ਰਿਹਾ ਕਿ ਪੰਜਾਬ ਜਿਹੜਾ ਇਹ ਇਨਵੈਸਟਮੈਂਟ ਲਈ ਸਭ ਤੋਂ ਸੁਹਿਰਦ ਜਗ੍ਹਾ ਹੈ, ਇੱਥੇ ਆਪਣੀ ਇਨਵੈਸਟਮੈਂਟ ਲਾਓ। ਇਹ ਉਸੇ ਦਿਨ ਹੀ ਸੁਰਖੀਆਂ ਛਪਦੀਆਂ ਨੇ ਜਿਸ ਦਿਨ ਉਹ ਤਲਵਾਰਾਂ ਨਾਲ ਜਾ ਕੇ ਥਾਣੇ ਦੇ ਉੱਤੇ ਜਿੱਤ ਦੇ ਝੰਡੇ ਗੱਡੇ ਜਾ ਰਹੇ ਸੀਗੇ। ਅਜੇ ਦੇ ਵਿੱਚ ਤੁਸੀਂ ਇੱਕ ਖਦਸ਼ਾ ਪ੍ਰਗਟ ਕਰ ਰਹੇ ਹੋ, ਮੈਂ ਤੁਹਾਨੂੰ ਸੁਣਿਆ ਵੀ ਆ ਹੋਰਨਾਂ ਚੈਨਲਸ ਦੇ ਉੱਤੇ ਵੀ, ਕਿ ਪੰਜਾਬ ਇਜ਼ ਗੋਇੰਗ ਬੈਕ ਟੂ ਦਾ 80s ਟੂ 84, ਪੰਜਾਬ ਵਾਪਸ 84 ਵੱਲ ਨੂੰ ਜਾ ਰਿਹਾ। ਕੀ ਤੁਹਾਨੂੰ ਸੱਚਮੁੱਚ ਜਾਪਦਾ ਹੈ ਕਿ ਪੰਜਾਬ 84 ਵੱਲ ਨੂੰ ਜਾ ਰਿਹਾ ਹੈ, ਕਿ ਤੁਹਾਨੂੰ ਜਾਪਦਾ ਹੈ ਕਿ ਪੋਲੀਟੀਕਲ ਪਾਰਟੀਆਂ ਮੁਹਰਕ ਹੋਣਗੀਆਂ? ਦਿਸ ਇਜ਼ ਵੀ ਡੋਂਟ ਲਿਵ ਇਨ ਦਾ 80s, ਜਿਹਦੇ 'ਚ ਲੋਕਾਂ ਦੀ ਆਵਾਜ਼ ਮਿਸਿੰਗ ਹੁੰਦੀ ਸੀ, ਕੇਵਲ ਅਖਬਾਰਾਂ ਦੇ ਵਿੱਚ ਹੀ ਸੁਰਖੀਆਂ ਹੁੰਦੀਆਂ ਸੀ। ਅੱਜ ਦੇ ਸੋਸ਼ਲ ਮੀਡੀਆ ਦੇ ਵਿੱਚ ਜਿੱਤੇ ਸਾਡੀ ਯੂਥ ਦੀ ਡੈਮੋਗ੍ਰਾਫੀ ਇਸ ਕਿਸਮ ਦੀ ਆ, ਉਹ ਅੰਕੜੇ ਇਸ ਕਿਸਮ ਦੇ ਨੇ ਕਿ ਕਿੰਨੇ ਲੋਕ ਉਸ 20 ਸਾਲ ਤੋਂ ਲੈ ਕੇ ਤੇ 40 ਸਾਲ ਦੇ ਏਜ ਗਰੁੱਪ ਦੇ ਵਿੱਚ ਨੇ, ਉਹ ਸਾਰੇ ਮੋਬਾਈਲ ਜੇਬ ਵਿੱਚ ਰੱਖਦੇ ਨੇ, ਦੁਨੀਆ ਨਾਲ ਜੁੜੇ ਹੋਏ ਨੇ, ਇਹਨਾਂ ਵਰਤਾਰਿਆਂ ਨੂੰ ਦੇਖਦੇ ਨੇ, ਪਲ ਪਲ ਨਾਲ ਆਪਣੇ ਆਪ ਨੂੰ ਜਿਹੜਾ ਵਿਵਸਥਾ ਰੱਖਦੇ ਨੇ। ਕੀ ਉਹ ਪੋਲੀਟੀਕਲ ਪਾਰਟੀਆਂ ਦੇ ਉੱਤੇ ਇਸ ਕਿਸਮ ਦਾ ਕੋਈ ਪ੍ਰੈਸ਼ਰ ਨਹੀਂ ਲਿਆ ਪਾਣਗੇ ਕਿ ਪੋਲੀਟੀਕਲ ਪਾਰਟੀਆਂ ਇਹ ਸਵਾਲ ਪੁੱਛਣ, ਜਿਹੜੇ ਰੀਅਲ ਸਵਾਲ ਨੇ,
ਕਿ ਪੰਜਾਬੀ ਸਮਾਜ ਨੂੰ ਜਮਹੂਰੀਅਤ ਦੀ ਰਾਖੀ ਕਰਨੀ ਕਿਉਂ ਜ਼ਰੂਰੀ ਹੈ, ਡੈਮੋਕ੍ਰੇਸੀ ਸਾਡੇ ਲਈ ਕਿਉਂ ਜ਼ਰੂਰੀ ਹੈ, ਤੇ ਡੈਮੋਕ੍ਰੇਸੀ ਦਾ ਉਹ ਕਨਸੈਪਟ ਜਿਹੜਾ ਤਾਨਾਸ਼ਾਹੀ ਦੇ ਵਿੱਚ ਬਦਲਦਾ ਜਾ ਰਿਹਾ ਹੈ, ਉਸ ਦੀ ਇੱਥੇ ਗੱਲਬਾਤ ਕਿਉਂ ਨਹੀਂ ਹੋਣੀ ਸ਼ੁਰੂ ਹੋਏਗੀ ਜੇ ਇਸ ਕਿਸਮ ਦਾ ਵੋਟਰ ਪ੍ਰੈਸ਼ਰ ਲਿਆਏਗਾ। ਕੀ ਤੁਹਾਨੂੰ ਲੱਗਦਾ ਨਾਓ ਇਟਸ ਅ ਟਰਨ ਆਫ ਦਾ ਪੀਪਲ, ਹੁਣ ਤੁਸੀਂ ਬੋਲ ਲਏ ਤਰਵਾਲਾਂ ਵਾਲੇ, ਚੁੱਪ ਰਹਿ ਗਈਆਂ ਪੋਲੀਟੀਕਲ ਪਾਰਟੀਆਂ, ਭਗੌੜੇ ਹੋ ਗਏ ਕੁਝ ਲੋਕ ਜਿਹੜੇ ਆਪਣੇ ਸਿਆਸੀ ਰਹਿਨੁਮਾ ਤੁਹਾਨੂੰ ਆਪਣਾ ਦੱਸਦੇ ਸੀਗੇ, ਹੁਣ ਤੁਹਾਡੀ ਵਾਰੀ ਹੈ, ਕਮ ਟੂ ਦਾ ਗਰਾਊਂਡ ਨਾਓ, ਸਟੈਪ ਅਪ ਟੂ ਦਾ ਟੇਬਲ। ਐਸਪੀ ਜਦੋਂ ਆਪਾਂ ਪੀਪਲ ਦੀ ਗੱਲ ਕਰਦੇ ਹੈਗੇ ਆ, ਮੈਨੂੰ ਲੱਗਦਾ ਪੀਪਲ ਜਿਹੜਾ ਇੰਡੀਵਿਜੂਅਲ ਪੀਪਲ ਹੈਗਾ ਉਹ ਪੋਲਿਟਿਕਸ ਦੇ ਵਿੱਚ ਚਾਹੇ ਉਹਦੀ ਕਿੰਨੀ ਵੀ ਤਾਦਾਦ ਹੋਵੇ ਉਹਦੀ ਕੋਈ ਜ਼ਿਆਦਾ ਵਕਤ ਨਹੀਂ ਹੁੰਦੀ, ਉਹ ਸੰਗਠਿਤ ਹੀ ਹੋਣਾ ਚਾਹੀਦਾ, ਬੇਸਿਕਲੀ ਸੰਗਠਿਤ ਹੋਣਾ ਚਾਹੀਦਾ। ਆਰਗੇਨਾਈਜ਼ਡ ਗਰੁੱਪ ਜਿਹੜੇ ਹੈਗੇ ਆ ਇਹ ਉਹਨਾਂ ਦੀ ਡਿਊਟੀ ਹੈਗੀ ਆ, ਉਹ ਚਾਹੇ ਆਰਗੇਨਾਈਜ਼ਡ ਗਰੁੱਪ ਪੰਜਾਬ ਦੇ ਵਿੱਚ ਵੀ ਹੈਗੇ ਆ, ਦੇਸ਼ ਦੇ ਵਿੱਚ ਵੀ ਹੈਗੇ ਆ, ਚਾਹੇ ਉਹ ਪੋਲੀਟੀਕਲ ਪਾਰਟੀਜ਼ ਹੈਗੀਆਂ, ਚਾਹੇ ਉਹ ਕਿਸਾਨ ਧਿਰਾਂ ਹੈਗੀਆਂ, ਚਾਹੇ ਉਹ ਧਾਰਮਿਕ ਸੰਗਠਨ ਹੈਗੇ ਆ, ਇਹ ਇਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਹੈਗੀ ਆ ਕਿ ਉਹ ਜੇ ਨਰੇਟਿਵ, ਕਿਉਂਕਿ ਲੜਾਈ ਇਹ ਨਰੇਟਿਵ ਦੀ ਆ, ਇਹ ਜੇ ਨਰੇਟਿਵ ਤੇ ਹਾਰ ਗਈ ਫਿਰ ਇਹ ਗਰਾਊਂਡ ਤੇ ਵੀ ਹਾਰੀ ਜਾਊਗੀ। ਪਹਿਲਾਂ ਨਰੇਟਿਵ ਤੇ ਲਗਾਤਾਰ ਲੜਨੀ ਜ਼ਰੂਰੀ ਹੈਗੀ ਹੈ, ਇਸ ਨਰੇਟਿਵ ਨੂੰ ਜਿਹੜਾ ਲਗਾਤਾਰ ਅਜਨਾਲੇ ਤੋਂ ਬਾਅਦ ਉੱਠਿਆ ਪਹਿਲਾਂ ਵੀ ਚੱਲ ਰਿਹਾ ਹੈਗਾ, ਉਸ ਨੂੰ ਠੱਲ ਪਾਉਣਾ ਤੇ ਗਰਾਊਂਡ ਦੇ ਵਿੱਚ ਆਪਣੀ ਜਿਹੜੀ ਹੈਗੀ ਆ ਆਪਣੀ ਸਟਰੈਂਥ ਜਾਂ ਸ਼ੋਅ ਆਫ ਸਟਰੈਂਥ ਹੈਗੀ ਆ ਉਹ ਸ਼ੋਅ ਕਰਨੀ ਉਹ ਸਾਰੀਆਂ ਧਿਰਾਂ ਨੂੰ ਜਿਹੜੀਆਂ ਕਿ ਪੰਜਾਬ ਦੀ ਸਾਂਝੀ ਵਾਲਤਾ ਦੇ ਵਿੱਚ ਜਿਨ੍ਹਾਂ ਦਾ ਵਿਸ਼ਵਾਸ ਹੈਗਾ, ਜਿਨ੍ਹਾਂ ਦੇ ਵਿੱਚ ਪੰਜਾਬ ਦੀ ਜਿਹੜੀ ਹੈਗੀ ਆ ਉਹ ਭਾਈਚਾਰਕ ਸਾਂਝ ਜਿਨ੍ਹਾਂ ਨੂੰ ਵਿਸ਼ਵਾਸ ਹੈਗਾ, ਇਹ ਸਾਰੀ ਉਹਨਾਂ ਦੀ ਜ਼ਿੰਮੇਵਾਰੀ ਹੈਗੀ। ਇਹ ਲੜਾਈ ਇਹ ਲਗਾਤਾਰ ਹੋਣੀ ਤਿੱਖੀ ਹੋਣੀ ਹੈ, ਕਿਉਂਕਿ ਜਿਸ ਤਰ੍ਹਾਂ ਦੀ ਪੋਲਿਟਿਕਸ ਜਿਹੜੀ ਹੈਗੀ ਆ ਐਕਸਟ੍ਰੀਮ ਪੋਲਿਟਿਕਸ ਹੈਗੀ, ਉਸ ਜਿਸ ਤਰੀਕੇ ਦੀ ਆਪਾਂ ਸੈਂਟਰ ਦੇ ਵਿੱਚ ਸਰਕਾਰ ਦੇਖਦੇ ਆ ਕਿ ਇਹ ਭਾਰਤ ਦੇ ਇਤਿਹਾਸ 'ਚ ਬਿਲਕੁਲ ਅੱਡ ਤਰ੍ਹਾਂ ਦੀ ਸਰਕਾਰ ਜਿਹੜੀ ਵੀ ਕੋਈ ਵੀ ਤਰ੍ਹਾਂ ਦਾ ਅਤਕੰਡਾ ਵਰਤ ਕੇ ਕਟਾ ਕਲਾਮੀ ਲਈ ਮਾਫੀ ਕੀ ਅਸੀਂ ਆਪਣੀ ਹੈਰੀਟੇਜ ਦੇ ਉੱਤੇ ਜ਼ਿਆਦਾ ਭਾਰ ਨਹੀਂ ਪਾ ਰਹੇ। ਪਹਿਲਾਂ ਵੀ ਸਾਡੇ ਕੋਲ ਸਾਂਝੀਵਾਲਤਾ ਦਾ ਦੌਰ ਸੀਗਾ, ਅਸੀਂ ਕੂਕਾ ਲਹਿਰ ਤੋਂ ਲੈ ਕੇ ਗਦਰ ਪਾਰਟੀ ਦੀ ਲਹਿਰ ਤੋਂ ਲੈ ਕੇ ਲਗਾਤਾਰ ਇਹਨਾਂ ਸੰਘਰਸ਼ਾਂ ਵਿੱਚੋਂ ਲੰਘੇ ਸੀਗੇ, ਉਹਦੇ ਬਾਵਜੂਦ ਵੀ ਤਾਂ 80ਵੀਆਂ ਦੇ ਵਿੱਚ ਅਸੀਂ ਥਿੜਕੇ ਆ ਤੇ ਇੱਕ ਲੰਬਾ ਸਮਾਂ ਥਿੜਕੇ ਰਹੇ ਆ। ਅਜੇ ਜੇ ਸਾਡੀ ਓਟ ਕੇਵਲ ਉਹਦੇ ਤੇ ਹੁੰਦੀ ਆ, ਆਪਣੇ ਉਸ ਲਸਾਨੀ ਇਤਿਹਾਸ ਦੇ ਉੱਤੇ ਹੈ, ਜਿਸ ਇਤਿਹਾਸ ਦੀ ਕੋਈ ਗੱਲ ਨਹੀਂ ਕਰ ਰਿਹਾ, ਜਿਸ ਨੈਰੇਟਿਵ ਨੂੰ ਕੋਈ ਅੱਗੇ ਨਹੀਂ ਲੈ ਕੇ ਜਾ ਰਿਹਾ, ਤਾਂ ਕੀ ਇਹ ਡਰ ਸੱਚਮੁੱਚ ਨਹੀਂ ਕਿ ਅਸੀਂ ਤਿਲਕ ਸਕਦੇ ਹਾਂ ਇਹਨਾਂ ਹਾਲਾਤਾਂ ਦੇ ਵਿੱਚ ਵੀ ਤਿਲਕ ਸਕਦੇ ਹਾਂ? ਤਿਲਕਣ ਦਾ ਡਰ ਹਮੇਸ਼ਾ ਰਹਿੰਦਾ ਹੈ, ਜਿੰਨਾ ਮਰਜ਼ੀ ਸੰਭਲ ਤਕੜਾ ਹੋਵੇ, ਪਰ ਇੱਕ ਗੱਲ ਪੱਕੀ ਹੈ, ਜਿਹੜਾ ਅਸੀਂ ਕਹਿੰਦੇ ਆ ਬਾਰ-ਬਾਰ ਹਿਸਟਰੀ 'ਚ ਤਿਲਕੇ ਵੀ ਆ ਤੇ ਅਸੀਂ ਜਿੱਤੇ ਵੀ ਆ। ਪੂਰੀ ਸਿੱਖ ਹਿਸਟਰੀ ਲੈ ਲਓ 500 ਸਾਲ ਦੀ, ਉਹ 'ਚ ਕਿੱਥੇ ਵੀ ਅਸੀਂ ਨਹੀਂ ਤਿਲਕੇ ਵੀ ਆ ਪਰ ਫਿਰ ਜਿੱਤੇ ਆ, ਫਿਰ ਅਸੀਂ ਖੜੇ ਹੋਏ ਆ। ਇੱਕ ਤਾਂ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ। ਦੂਜੀ ਗੱਲ ਇੱਕ ਮੈਂ ਹੋਰ ਕੁਦਰਤ ਦਾ ਵਰਤਾਰਾ ਦੇਖ ਰਿਹਾ ਜਿਹਦੇ ਵਿੱਚ ਇਹ ਵਰਤਾਰੇ ਨੂੰ ਟੱਕਰ ਮਿਲੇਗੀ, ਉਹ ਇਹ ਹੈ ਕਿ ਟੈਂਪਰੇਚਰ ਬਹੁਤ ਵੱਧ ਰਿਹਾ ਹੈ। ਪੰਜਾਬ ਦੀ ਤੇ ਹਰਿਆਣੇ ਦੀ ਜਿਹੜੀ ਕਣਕ ਹੈ ਇਹਦਾ ਝਾੜ ਘਟ ਜਾਣਾ ਹੈ, ਇਹ ਪਿੱਛੇ ਘਟਿਆ ਸੀ ਸਿਰਫ 22% ਤੇ ਦੇਸ਼ ਦੇ ਕੋਫਰਸ ਅੱਧੇ ਰਹਿ ਗਏ ਸੀ। ਤੇ ਦੂਜੀ ਗੱਲ ਬਾਹਰ ਜਾਣ ਵਾਲੀ ਕਣਕ ਬੰਦ ਕਰਨੀ ਪਈ ਸੀ। ਐਤਕੀ ਹੁਣੀ ਟੈਂਪਰੇਚਰ ਇੰਨਾ ਤੇਜ਼ ਹੋ ਗਿਆ ਕਿ ਇਹ ਝਾੜ ਘਟੇਗਾ, ਉਹਦੇ ਨਾਲ ਜਿਹੜਾ ਆਰਥਿਕ ਸੰਕਟ ਤੇ ਅੰਨ ਦਾ ਸੰਕਟ ਪੈਦਾ ਹੋਣਾ ਹੈ, ਉਹਦੇ ਸਾਹਮਣੇ ਇਹ ਸੰਕਟ ਬਾਉਣੇ ਹੋਣਗੇ। ਉਹਦੇ ਸਾਹਮਣੇ ਕਿਸਾਨ ਲੀਡਰ ਉੱਠਣਗੇ, ਉਹ ਆਪਦੀ ਪ੍ਰੋਡਿਊਸ ਦੀ ਗੱਲ ਕਰਨਗੇ ਤੇ ਉਹ ਕਿਸਾਨੀ ਜਿਹੜੀ ਲਹਿਰ ਹੈ ਉਹ ਇੱਕ ਪੈਰਲਲ ਵਰਤਾਂਤ ਸਿਰਜੇਗੀ ਜਿਹੜਾ ਇਹਦੇ ਪੈਰਲਲ ਹੋਏਗਾ ਤੇ ਇਸ ਕਰਕੇ ਇਸ ਵਰਤਾਂਤ ਨੂੰ ਮਾਰ ਜਾਏਗਾ। ਮੇਰੇ ਕੋਲ ਬਿਲਕੁਲ ਸਮਾਂ ਖਤਮ ਹੈ। ਜੇ ਇੱਕ ਇਕਨੋਮਿਕ ਅੰਕੜਿਆਂ ਨੇ ਸਾਡੇ ਦਿਲ ਪਸੀਜਨੇ ਹੁੰਦੇ ਤੇ ਮੈਂ ਇਹ ਨਾਲ ਹੀ ਤਬਲੀਨ ਸਿੰਘਾਂ ਦੇ ਆਰਟੀਕਲ ਦੇ ਨਾਲ ਹੀ ਚਿਦੰਬਰਮ ਰਾਂ ਦਾ ਆਰਟੀਕਲ ਪੜ੍ਹ ਰਿਹਾ ਸੀਗਾ। ਉਹ ਹੁਣ ਤੁਹਾਨੂੰ ਕੀ ਚਾਹੀਦਾ? ਤੁਹਾਨੂੰ ਆਕਸਫੈਮ ਦੀ ਰਿਪੋਰਟ ਜਾ ਕੇ ਕਹਿੰਦੀ ਹੈ ਕਿ 50% ਦੇਸ਼ ਦੀ ਜਿਹੜੀ ਦੌਲਤ ਹੈ ਉਹ ਕਿੰਨੇ % ਲੋਕਾਂ ਦੇ ਹੱਕ 'ਚ, 3% ਲੋਕਾਂ ਦੇ ਕੋਲ ਹੈ। ਆਕਸਫੈਮ ਦੀ ਰਿਪੋਰਟ 'ਚ ਉਹ ਤੁਹਾਨੂੰ ਹਿਲਾ ਨਹੀਂ ਦਿੰਦੀ। ਇੱਕ ਉਹ ਲੇਬਰ ਦੀ ਗੱਲ ਕਰ ਰਹੇ ਨੇ ਕਿ 47.5 ਕਰੋੜ ਦੀ ਟੋਟਲ ਸਾਡੀ ਲੇਬਰ ਫੋਰਸ ਹੈ ਤੇ ਉਹਦਾ 48% ਸਿਰਫ ਕੰਮ ਕਰ ਰਿਹਾ, ਜਿਹਦਾ ਮਤਲਬ 27 ਕਰੋੜ ਦਾ ਕੰਮ ਨਹੀਂ ਕਰ ਰਿਹਾ। 27 ਕਰੋੜ ਬੰਦਾ ਜੇ ਬੇਰੁਜ਼ਗਾਰ ਬੈਠਾ, 27 ਕਰੋੜ ਦਾ ਮਤਲਬ ਹੁੰਦਾ 6.5 ਕਰੋੜ ਤੁਸੀਂ ਇੰਗਲੈਂਡ ਦੀ ਆਬਾਦੀ ਲੈ ਲਓ, ਆਸਟ੍ਰੇਲੀਆ ਦੀ ਲੈ ਲਓ ਕੋਈ 3 ਕਰੋੜ, ਕੈਨੇਡਾ ਦੀ ਲੈ ਲਓ 4.25 ਕਰੋੜ ਦੇ ਆਸ-ਪਾਸ ਹੋਏ ਫਿਰਦੇ ਨੇ, ਜਰਮਨੀ ਲੈ ਲਓ 8-9 ਕਰੋੜ ਜਰਮਨੀ ਹੈਗਾ, ਇਟਲੀ ਹੈਗਾ 6 ਕਰੋੜ। ਇਹਨਾਂ ਸਾਰੇ ਦੇਸ਼ਾਂ ਦੀ ਆਬਾਦੀ ਮਿਲਾ ਕੇ ਬੇਰੁਜ਼ਗਾਰੀ ਇਕੱਲੇ ਨੇ। ਸੋ ਉਹਦੇ ਬਾਵਜੂਦ ਵੀ ਇਹ ਸੈਂਟਰਲ ਇਸ਼ੂਜ਼ ਨਹੀਂ ਬਣ ਰਹੇ। ਸੈਂਟਰਲ ਇਸ਼ੂ ਅਸੀਂ ਅਚਾਨਕ ਇਹ ਬਣਾ ਦਿੰਦੇ ਹਾਂ ਕਿ ਪੰਜਾਬ ਦੇ ਵਿੱਚ ਕੋਈ ਖਾਲਿਸਤਾਨ ਬਣਨ ਲੱਗਾ ਹੈ, ਕੋਈ ਹਿੰਦੂ ਸਿੱਖ ਦੀ ਫੁੱਟ ਪੈ ਗਈ ਹੈ ਤੇ ਦੇਸ਼ ਦੇ ਵਿੱਚ ਕੋਈ ਇਹੋ ਜਿਹੀ ਵੱਖਵਾਦੀ ਫੋਰਸ ਇੱਕ ਆ ਗਈ ਹੈ ਜਿਸ ਦਾ ਜਿਹੜਾ ਤਰਜੀਹ ਹੈ ਉਹ ਪੂਰੇ ਦੇਸ਼ ਨੂੰ ਵੇਚਿਆ ਜਾ ਸਕਦਾ ਹੈ। ਅੱਗੇ ਰਾਜੀਵ ਗਾਂਧੀ ਹੋਰਾਂ ਨੇ ਵੇਚਿਆ ਸੀਗਾ ਤੇ ਉਸ ਦੇ ਵਿੱਚੋਂ ਬੜੇ ਚੰਗੇ ਨਤੀਜੇ ਕਾਂਗਰਸ ਨੇ ਆਪਣੇ ਲਈ ਕੱਢ ਲਏ ਸੀ। ਹੁਣ ਕੋਈ ਹੋਰ ਪਾਰਟੀ ਸਾਨੂੰ ਵੇਚ ਦੇਗੀ। ਦੇਸ਼ ਦੇ ਅਸੀਂ ਬਹੁਤ ਕੰਮ ਆਉਂਦੇ ਹਾਂ, ਨੈਸ਼ਨਲ ਇੰਟਰਸਟ ਦੇ ਵਿੱਚ ਸਾਨੂੰ ਤਰ੍ਹਾਂ ਨਾਲ ਵਰਤਿਆ ਜਾਂਦਾ ਹੈ। ਸਿਰਫ ਸੋਚਣਾ ਅਸੀਂ ਇਹੀ ਹੈ ਕਿ ਇਸੇ ਤਰੀਕੇ ਨਾਲ ਕੋਈ ਸਾਨੂੰ ਵਰਤਦਾ ਰਹੇ, ਕਿ ਅਸੀਂ ਜਮਹੂਰੀਅਤ ਨੂੰ ਸਮਝੀਏ ਤੇ ਉਸ ਦੇ ਵਿੱਚ ਨਿਆਂ ਦੀ ਗੱਲਬਾਤ ਕਿਵੇਂ ਵਾਪਸ ਲਿਆਣੀ ਹੈ, ਇਸ ਦੇ ਨਾਲ ਕੋਈ ਵਬਸਤਗੀ ਪਾਈਏ। ਵਰਨਾ ਫੇਸਬੁੱਕ ਦਾ ਰਣ ਤੱਤਾ ਤੁਹਾਡਾ ਇੰਤਜ਼ਾਰ ਕਰ ਰਿਹਾ, ਉੱਥੇ ਜਾ ਕੇ ਲਹੂ ਲੋਹਾਨ ਲੜਾਈ ਦੇ ਵਿੱਚ ਕੁੱਦ ਕੇ ਤੁਸੀਂ ਆਪਣਾ ਫਰਜ਼ ਨਿਭਾ ਸਕਦੇ ਹੋ। ਅੱਜ ਲਈ ਇੰਨਾ ਹੀ। ਧੰਨਵਾਦ ਤੇ ਰੱਬ ਰਾਖਾ।